ਦੀਪ ਦਵਿੰਦਰ ਸਿੰਘ ਦੀ ਕਹਾਣੀ ਵੇਲਾ ਕੁਵੇਲਾ। ਬਾਪੂ ਨੂੰ ਕਈ ਵਰ੍ਹਿਆਂ ਬਾਅਦ ਇੰਨਾ ਸ਼ਾਂਤ ਤੇ ਅੱਖਾਂ ਮਿੱਠੀ ਪਏ ਵੇਖਿਆ, ਨਹੀਂ ਤਾਂ ਉਹਦੀਆਂ ਚਿੱਟੀਆਂ ਚਿੱਟੀਆਂ ਅੱਖਾਂ ਵਿਚਲੇ ਸੁਰਖ ਬਲੌਰਾਂ ਵਰਗੇ ਟਿੱਲੇ ਸੁੱਤੇ ਪਏ ਦੀ ਵੀ ਨੱਚਦੇ ਜੇ ਵਿਖਾਈ ਦਿੰਦੇ ਸਨ। ਕਈ ਵਾਰ ਪੋਟਿਆਂ ਨਾਲ ਬੰਦ ਕਰਨ ਤੇ ਵੀ ਪਲਕਾਂ ਦੇ ਬੂਹੇ ਨਹੀਂ ਸਨ ਢੁਕਦੇ, ਭਾਵੇਂ ਉਹ ਮੰਜੇ ਤੇ ਲੱਤਾਂ ਲਮਕਾ ਕੇ ਬੈਠਾ ਹੁੰਦਾ ਜਾਂ ਫਿਰ ਕੰਧਾਂ ਨੂੰ ਟੋਹ ਟੋਹ ਕੇ ਵਿਹੜੇ ਵਿੱਚ ਤੁਰਿਆ ਫਿਰਦਾ। ਉਹਦੀਆਂ ਅੱਖਾਂ ਇੱਕੋ ਮੁਦਰਾ 'ਚ ਹਰਕਤ ਕਰਦੀਆਂ ਰਹਿੰਦੀਆਂ। ਅੱਜ ਸਵੇਰੇ ਹੀ ਉਹਦੇ ਆਖਰੀ ਸਾਹ ਦੀ ਹਲਕੀ ਜਿਹੀ ਫੂਕ ਬਾਹਰ ਨਿਕਲੀ ਸੀ। ਉਹਦੀਆਂ ਮੁੱਛਾਂ ਦੇ ਵਿਰਲੇ ਟਾਵੇਂ, ਦੁੱਧ ਚਿੱਟੇ ਵਾਲ ਥੋੜੇ ਕਿ ਉੱਪਰ ਨੂੰ ਉੱਠੇ ਸਨ ਤੇ ਉਹ ਸਹਿਜ ਹੋ ਗਿਆ ਸੀ। ਪਿਛਲੇ ਕਈ ਵਰ੍ਹਿਆਂ ਤੋਂ ਖੁੱਲੀਆਂ ਜੋਤਹੀਣ ਅੱਖਾਂ ਨੇ ਆਪਣਾ ਪੰਧ ਸਮੇਟ ਕੇ ਪਲਕਾਂ ਦੇ ਬੂਹੇ ਢੋਹ ਲਏ ਸਨ। ਪਿੰਡ ਦੀ ਲਹਿੰਦੀ ਗੁੱਠੇ ਛੱਪੜ ਕੰਢੇ ਬੇਢੰਗੀ ਜਿਹੀ ਸ਼ਾਮਲਾਟੀ ਨੁੱਕਰ 'ਚ ਬਣੇ ਕਮੀਆਂ ਦੇ ਸ਼ਮਸ਼ਾਨ ਘਾਟ ਵਿਚਕਾਰ ਬਾਪੂ ਲੱਕੜਾਂ 'ਚ ਚਿਣਿਆ ਪਿਆ। ਸਿਰਫ ਮੂੰਹ ਤੇ ਲੱਕੜਾਂ ਰੱਖਣੀਆਂ ਬਾਕੀ ਨੇ। ਕੈਰੋਂ ਵਾਲੀ ਭੂਆ ਦੇ ਪਿੰਡੋਂ ਆਈ ਮਕਾਨ ਵਾਲੇ ਘੜੁੱਕੇ ਦਾ ਟਾਇਰ ਪੈਂਚਰ ਹੋ ਜਾਣ ਕਰਕੇ ਉਹਨਾਂ ਦੀ ਉਡੀਕ ਹੋ ਰਹੀ ਹੈ। ਮੈਂ ਬਾਪੂ ਦੇ ਪੈਰਾਂ ਵੱਲ ਖੜਾ ਟਿਕ ਟਿਕੀ ਲਾ ਕੇ ਇੱਧਰ ਉੱਧਰ ਝਾਕਦਾ। ਅੱਧਾ ਪਿੰਡ ਸ਼ਮਸ਼ਾਨ ਘਾਟ 'ਚ ਜੁੜਿਆ ਖੜਾ ਹੈ। ਕੁਝ ਬਾਪੂ ਦੀ ਪੀੜ੍ਹੀ ਦੇ ਹਨ, ਕੁਝ ਮੇਰੀ ਉਮਰ ਦੇ ਤੇ ਕੁਝ ਅਗਾਂਹ ਮੇਰੇ ਮੁੰਡੇ ਦੇ ਹਨ। ਕਈ ਮੜੀਆਂ ਦੁਆਲੇ ਹੋਈ ਵਲਗਣ ਉੱਤੇ ਧੁੱਪ ਵੱਲ ਮੂੰਹ ਕਰਕੇ ਬੈਠੇ ਹਨ। ਜਨਾਨੀਆਂ ਮਰੀਅਲ ਜਿਹੀ ਕਿੱਕਰ ਦੁਆਲੇ ਘੇਰਾ ਬਣਾ ਕੇ ਪੈਰਾਂ ਭਾਰ ਭੂਏ ਤੇ ਜਾ ਬੈਠੀਆਂ ਹਨ। ਬਾਕੀ ਚਿਖਾ ਦੇ ਆਸ-ਪਾਸ ਖੜੇ ਨਿੱਕੀਆਂ ਨਿੱਕੀਆਂ ਗੱਲਾਂ ਕਰ ਰਹੇ ਹਨ। ਬਾਪੂ ਦੀ ਕਾਰੀਗਰੀ ਦੀਆਂ ਗੱਲਾਂ, ਉਹਦੇ ਜਵਾਨੀ ਵੇਲੇ ਦੀ ਬਹਾਦਰੀ ਦੇ ਕਿੱਸੇ, ਕੁਝ ਅਸਲੀ ਤੇ ਕੁਝ ਮਨ ਘੜਤ, ਸਭ ਦਾ ਆਪੋ ਆਪਣਾ ਨਜ਼ਰੀਆ ਉਮਰ ਤੇ ਅਕਲ ਮੁਤਾਬਕ। ਲੱਕੜਾਂ ਦੇ ਢੇਰ ਉੱਤੇ ਚਿੱਟੇ ਕੋਰੇ ਲੱਠੇ 'ਚ ਲਪੇਟਿਆ ਬਾਪੂ ਮੈਨੂੰ ਉਸ ਮੁਸਾਫਰ ਵਾਂਗ ਲੱਗਦਾ ਹੈ ਜਿਹਨੇ ਸਾਰੀਆਂ ਮੰਜ਼ਿਲਾਂ ਮਾਰ ਲਈਆਂ ਹੋਣ ਤੇ ਹੋਰ ਧੂੜਾਂ ਪੁੱਟਣ ਦੀ ਚਾਹ ਮੁੱਕ ਗਈ ਹੋਵੇ। ਮੈਂ ਉਸ ਵੱਲੋਂ ਧਿਆਨ ਹਟਾ ਕੇ ਆਸੇ-ਪਾਸੇ ਖੜੇ ਲੋਕਾਂ ਨੂੰ ਨਿਹਾਰਦਾ, ਜਿਨ੍ਹਾਂ ਦੀਆਂ ਵੰਨ-ਸੁਵੰਨੀਆਂ ਆਵਾਜ਼ਾਂ ਮੇਰੇ ਕੰਨੀ ਪੈਂਦੀਆਂ ਨੇ। ਲੰਬੜਦਾਰ ਤਾਰਾ ਸਿਉਂ ਆਪਣੀ ਮੋਟੀਆਂ ਸ਼ੀਸ਼ਿਆਂ ਵਾਲੀ ਐਨਕ ਸੂਤ ਕਰਦਾ ਸੁਣਾਈ ਦਿੰਦਾ ਹੈ, ਬਈ ਬੜਾ ਵਕਤ ਵੇਖਿਆ ਭਾਊ ਚੈਂਚਲ ਸਿਉਂ ਨੇ। ਆਪਣਾ ਅਮਰੀਕ ਉਦੋਂ 4 ਕੁ ਵਰ੍ਹਿਆਂ ਦਾ ਸੀ ਜਦੋਂ ਇਹਦੀਆਂ ਅੱਖਾਂ ਦੀ ਰੌਸ਼ਨੀ ਗਈ। ਮੁੰਡਾ ਹੁਣ ਜਵਾਕ ਜੱਲੇ ਵਾਲਾ ਹੋ ਗਿਆ। ਦੀਦਿਆਂ ਤੋਂ ਬਿਨਾਂ ਪੰਡ ਬਣ ਕੇ ਬੈਠੇ ਰਹਿਣਾ ਬੜੀ ਸਜ਼ਾ ਹੈ ਬੰਦੇ ਲਈ। ਸ਼ਾਬਾਸ਼ ਏ ਮੰਗੇ ਦੇ ਤੇ ਇਹਦੇ ਟੱਬਰ ਦੇ, ਕਿਤੇ ਮਜਾਲ ਚੈਚਲ ਸਿਉਂ ਦੀ ਸਾਂਭ ਸੰਭਾਲ ਦੀ ਕੋਈ ਕਸਰ ਛੱਡੀ ਹੋਵੇ। ਸੁੱਚਾ ਘੁਮਿਆਰ ਉਹਦੀ ਹਾਂ 'ਚ ਹਾਂ ਮਿਲਾਉਂਦਾ। ਸੋਚਦਾ ਮੇਰੇ ਤੋਂ ਵੱਧ ਬਾਪੂ ਬਾਰੇ ਕੌਣ ਜਾਣਦਾ ਹੈ। ਮੈਂ ਤਾਂ ਨਿੱਕੇ ਹੁੰਦਿਆਂ ਇਹਦੇ ਕੰਧਾੜੇ ਚੜ੍ਹ ਕੇ ਝੂਟੇ ਲਏ ਸੀ ਤੇ ਇਹਦੇ ਸਾਈਕਲ ਦੇ ਡੰਡੇ ਤੇ ਬੈਠ ਪਿੰਡੋਂ ਪਿੰਡ ਵੀ ਜਾਂਦਾ ਰਿਹਾ ਸੀ। ਇਸੇ ਕੋਲ ਉੱਚੇ ਨੀਵੇਂ ਥਾਵਾਂ ਤੇ ਚੜ੍ਹ ਕੇ ਇੱਟਾਂ ਲਾਉਣੀਆਂ ਵੀ ਸਿੱਖੀਆਂ ਤੇ ਕਈ ਵਾਰੀ ਦਾਰੂ ਨਾਲ ਰੱਜੇ ਹੋਏ ਨੂੰ ਅੱਧੀ ਅੱਧੀ ਰਾਤੀ ਘਰ ਵੀ ਲੈ ਕੇ ਆਉਂਦਾ ਰਿਹਾ ਸੀ। ਪਿਛਲੇ 20 ਵਰ੍ਹਿਆਂ ਤੋਂ ਇਹਦਾ ਹੱਥ ਫੜ ਕੇ ਇਹਨੂੰ ਬਾਹਰ ਅੰਦਰ ਵੀ ਲਿਜਾਂਦਾ ਰਿਹਾ ਸੀ ਤੇ ਡੋਲੂ ਵਿਚਲੇ ਪਾਣੀ ਨੂੰ ਇਹਦੀ ਪਿੱਠ ਪਿੱਛੇ ਪਾ ਕੇ ਇਹਦੇ ਜੰਗਲ ਪਾਣੀ ਵਾਲੇ ਹੱਥ ਧੁਆਉਂਦਾ ਰਿਹਾ ਸੀ। ਭਾਈਆ, ਉੜਕ ਦੀ ਬਾਰੀ ਇੱਥੇ ਆ ਪਿਆ 9 ਮਣ ਬਾਲਣ ਦੇ ਢੇਰ ਤੇ ਚਿੱਟੀ ਵਰਦੀ ਪਾ ਕੇ। ਛਿੰਦੋ ਮਾਸੀ ਥੋੜਾ ਕੁ ਅੱਗੇ ਹੋ ਕੇ ਬਾਪੂ ਦਾ ਮੂੰਹ ਵੇਖਦਿਆਂ ਵਿਰੜੇ ਜੇ ਕਰਦੀ ਹੈ। ਮੇਰੀ ਸੁਰਤੀ ਹੁਣੇ ਹੁਣੇ ਪਹੁੰਚੀ ਮਾਸੀ ਨਾਲ ਜਾ ਜੁੜਦੀ ਹੈ। ਬੁੱਢੜੀ ਹੋ ਚੁੱਕੀ ਮਾਸੀ ਪਤਲੀਆਂ ਪਤਲੀਆਂ ਲੱਤਾਂ ਦੇ ਸਹਾਰੇ ਡਿਗੂੰ ਡਿਗੂੰ ਕਰਦੀ ਕਿਸੇ ਦੇ ਮੋਢੇ ਤੇ ਹੱਥ ਰੱਖੀ ਮੇਰੇ ਸਾਹਮਣੇ ਖੜੀ ਹੈ। ਆਪਣੇ ਵੇਲੇ ਮਾਸੀ ਬੜੀ ਸ਼ੈ ਸੀ। ਸਾਡੇ ਕੋਲੇ ਦਾ ਬਹੁਤ ਆਣਾ ਜਾਣਾ ਹੁੰਦਾ ਸੀ। ਉਹਨੂੰ ਆਈ ਵੇਖ ਬਾਪੂ ਵੀ ਪੂਰਾ ਟਹਿਕ ਜਾਂਦਾ ਸੀ। ਪਹਿਲਾਂ ਚੌਂਕੇ 'ਚ ਬੈਠੀ ਦੀ ਸੁੱਖ ਸਾਂਦ ਪੁੱਛਦਾ, ਫਿਰ ਪਰਾਂ ਆਲੇ 'ਚੋਂ ਕੁੱਕੜੀ ਜਾ ਫੜਦਾ। ਮਾਸੀ ਬਾਪੂ ਦਾ ਹੱਥ ਵਟਾਉਣ ਬਹਾਨੇ ਲਾਗੇ ਬੈਠਦਿਆਂ ਕੁੱਕੜੀ ਦੀਆਂ ਲੱਤਾਂ ਤੇ ਖੰਭ ਘੁੱਟ ਕੇ ਫੜਦੀ। ਬਾਪੂ ਤੇਸਾ ਮਾਰ ਕੇ ਕੁੱਕੜੀ ਦੀ ਧੌਣ ਲਾ ਕੇ ਆਉ ਮਾਰਦਾ ਤੇ ਮੇਰੀ ਨੁਕਰੇ ਖਲੋਤੇ ਦਾ ਕਲੇਜਾ ਧੱਕ ਧੱਕ ਕਰਨ ਲੱਗਦਾ। ਵੱਡੀ ਹੋਈ ਕੁੱਕੜੀ ਜ਼ੋਰ ਸ਼ੋਰ ਨਾਲ ਫੜਫੜਾਉਂਦੀ। ਉਹਦੇ ਨਿੱਕੇ ਨਿੱਕੇ ਖੰਭ ਹਵਾ 'ਚ ਉੱਡ ਉੱਡ ਕੇ ਇੱਧਰ ਉੱਧਰ ਖਿਲਰਦੇ। ਪੈਰਾਂ ਭਾਰ ਬੈਠੇ ਬਾਪੂ ਤੇ ਮਾਸੀ ਦੋਹਾਂ ਹੱਥਾਂ ਨਾਲ ਤੜਫਦੀ ਕੁੱਕੜੀ ਨੂੰ ਜਕੜ ਕੇ ਰੱਖਦੇ ਤੇ ਖਿੜ-ਖਿੜ ਹੱਸਦੇ। ਵੱਡੀ ਧੌਣ 'ਚੋਂ ਨਚੜਦਾ ਲਹੂ ਦੋਹਾਂ ਦੇ ਹੱਥਾਂ ਤੇ ਪੈਂਦਾ। ਚੌਂਕੇ ਦੇ ਓਟੇ ਉੱਪਰੋਂ ਦੀ ਝਾਕਦੀ ਬੇਬੇ ਭੂਰੀਆਂ ਵੱਟਦੀ ਤੇ ਕਹਿੰਦੀ, ਵੇਖਾਂ ਕਿੱਡਾ ਵੱਖੀਆਂ ਰਾਹੀਂ ਹਾਸਾ ਨਿਕਲਦਾ ਦੋਹਾਂ ਦਾ, ਵਿਹਲੇ ਕਿਸੇ ਥਾਂ ਦੇ। ਤੇ ਮਾਸੀ ਜਦੋਂ ਵੀ ਮੋਰ ਘੁੱਗੀਆਂ ਵਾਲਾ ਝੋਲਾ ਕੱਛੇ ਮਾਰ ਠੁਮਕ ਠੁਮਕ ਕਰਦੀ 2-4 ਦਿਨ ਰਹਿਣ ਲਈ ਆ ਜਾਂਦੀ ਤਾਂ ਬੇਬੇ ਕਈ ਵਾਰ ਟਕੋਰ ਵੀ ਮਾਰਦੀ ਸੀ, ਲੈ ਪੁੱਤ ਮੰਗਿਆ,
ਆ ਗਈ ਤੇਰੀ ਮਾਸੀ, ਮਿਲ ਲੈ। ਤੇ ਅਗਲੀ ਗੱਲ ਉਹ ਮੂੰਹ 'ਚ ਹੀ ਨੱਪ ਜਾਂਦੀ। ਮਿਲਣ ਤਾਂ ਆਈ ਹੈ ਆਪਣੇ ਭਾਈਏ ਨੂੰ, ਜਿਹਦੀ ਵੇਲੇ ਕੁ ਵੇਲੇ ਦੀ ਰੰਨ ਆ ਇਹ। ਉਦੋਂ ਮੈਂ ਅਜੇ 7-8 ਵਰ੍ਹਿਆਂ ਦਾ ਹੀ ਹੋਵਾਂਗਾ, ਜਦੋਂ ਬਾਪੂ ਨਾਲ ਸਾਈਕਲ ਤੇ ਬੈਠ ਕੇ ਬਟਾਲੇ ਬਾਬੇ ਦੀ ਜੰਜ ਵੇਖਣ ਗਿਆ ਸੀ। ਉੱਥੇ ਹੀ ਬੱਸਾਂ ਵਾਲੇ ਅੱਡੇ ਲਾਗੇ ਮਾਸੀ ਟੱਕਰ ਪਈ ਸੀ। ਮੈਂ ਵੇਖਿਆ ਉਸੇ ਵੇਲੇ ਬਾਪੂ ਦਾ ਚਾਅ ਸਾਂਭਿਆ ਨਹੀਂ ਸੀ ਜਾਂਦਾ। ਮਾਸੀ ਨੂੰ ਸਾਈਕਲ ਪਿੱਛੇ ਤੇ ਮੈਨੂੰ ਅੱਗੇ ਡੰਡੇ ਤੇ ਬਿਠਾ ਪੂਰਾ ਸ਼ਹਿਰ ਘੁਮਾ ਛੱਡਿਆ ਸੀ। ਕਦੀ ਅਚਲੀ ਗੇਟ, ਕਦੀ ਕਪੂਰੀ ਗੇਟ, ਕਦੀ ਕੰਧ ਸਾਹਿਬ, ਕਦੀ ਹਕੀਕਤ ਰਾਏ ਦੀ ਸਮਾਧ, ਕਦੀ ਅੰਦਰਲੇ ਸਿਨੇਮੇ 'ਚ ਲੱਗੇ ਪੋਸਟਰਾਂ ਅੱਗੇ ਤੇ ਕਦੀ ਦੁਸਹਿਰਾ ਗਰਾਊਂਡ 'ਚ ਲੱਗੀ ਸਰਕਸ ਦੇ ਸਾਹਮਣੇ। ਉਹ ਭੀੜਾਂ ਨੂੰ ਚੀਰਦਾ, ਸਾਈਕਲ ਚਲਾਉਂਦਾ ਤੇ ਨਾਲ-ਨਾਲ ਮਾਸੀ ਨਾਲ ਗੱਲਾਂ ਵੀ ਕਰਦਾ ਜਾਂਦਾ। ਵਿੱਚ ਵਿਚਾਲੇ ਕਿਸੇ ਰੇਹੜੀ ਤੋਂ ਕੇਲੇ ਲੈ ਕੇ ਖਵਾਉਂਦਾ, ਮਗਰੋਂ ਤਿੱਖੀ ਕਾਂਜੀ ਵਾਲੇ ਗੋਲ ਗੱਪੇ। ਇਵੇਂ ਲੱਗਦਾ ਸੀ ਜਿਉਂ ਬਾਪੂ ਸਾਰਾ ਮੇਲਾ ਹੀ ਲੁੱਟ ਲੈਣਾ ਚਾਹੁੰਦਾ ਹੋਵੇ। ਫਿਰ ਪਾਥੀ ਗਰਾਊਂਡ 'ਚ ਜ਼ਮੀਨ ਤੋਂ ਅਸਮਾਨ ਵੱਲ ਘੁੰਮਦੇ ਉੱਚੇ ਪੰਘੂੜੇ 'ਚ ਲੈ ਕੇ ਚੜ ਗਿਆ। ਨਾਲੋਂ ਨਾਲ ਬੈਠੇ ਸਨ ਉਹ ਦੋਵੇਂ ਤੇ ਵਿਚਕਾਰ ਮੈਂ। ਪੰਘੂੜਾ ਹੌਲੀ-ਹੌਲੀ ਸ਼ੁਰੂ ਹੋ ਕੇ ਤੇਜ਼ ਹੁੰਦਾ ਗਿਆ, ਕਦੀ ਧੁਰ ਉੱਪਰ, ਕਦੀ ਹੇਠਾਂ। ਹੋਰ ਚੜੇ ਨਿਆਣੇ ਜਨਾਨੀਆਂ ਚੀਕਾਂ ਮਾਰਨ ਲੱਗੇ। ਮੇਰੀਆਂ ਅੱਖਾਂ ਅੱਗੇ ਭੰਬੂ ਤਾਰੇ ਜਿਹੇ ਨੱਚਣ ਲੱਗੇ। ਸਭ ਕੁਝ ਗੋਲ-ਗੋਲ ਜਿਹਾ ਤੇ ਉੱਪਰ ਥੱਲੇ ਹੁੰਦਾ ਨਜ਼ਰ ਹੀ ਆਉਣ ਲੱਗਿਆ। ਬਾਪੂ ਤੇ ਮਾਸੀ ਨੇ ਮੈਨੂੰ ਘੁੱਟ ਕੇ ਫੜਿਆ ਹੋਇਆ ਸੀ। ਮੇਰੀਆਂ ਅੱਖਾਂ ਬੰਦ ਸਨ ਤੇ ਮੈਂ ਸਿਰ ਬਾਪੂ ਦੀ ਵੱਖੀ 'ਚ ਘਸੋੜਿਆ ਹੋਇਆ ਸੀ। ਤੇ ਜਦੋਂ ਪੰਘੂੜਾ ਧੁਰ ਉੱਪਰੋਂ ਥੱਲੇ ਨੂੰ ਆਉਂਦਾ ਤਾਂ ਮਾਸੀ ਮਜ਼ੇ 'ਚ ਚੀਕ ਜੀ ਮਾਰਦੀ, ਮੱਠਾ ਜਿਹਾ ਹੱਸਦੀ ਕਹਿੰਦੀ, ਹਾਏ ਭਾਈਆ ਮਰ ਗਈ ਮੈਂ। ਅੱਗੇ ਬਾਪੂ ਹਵਾ 'ਚ ਕੰਬਦੇ ਜੇ ਬੋਲਾਂ 'ਚ ਉਹਨੂੰ ਘੁੱਟਦਾ, ਛਿੰਦੋ ਘੁੱਟ ਕੇ ਫੜ ਤੇ ਜ਼ਰਾ ਨਾ ਲੱਗ ਕੇ ਬਹੁ ਕਮਲੀਏ, ਐ ਮਰਨ ਦੇਣਾ ਮੈਂ ਤੈਨੂੰ। ਹੇਠਾਂ ਉੱਤਰ। ਮਾਸੀ ਮੇਰੇ ਮੱਥੇ ਤੇ ਪੋਲਾ-ਪੋਲਾ ਹੱਥ ਫੇਰਦੀ ਬੋਲਦੀ, ਮੇਰੇ ਪੁੱਤ ਦਾ ਰੰਗ ਕਿਉਂ ਉੱਡਿਆ ਪਿਆ? ਬਾਪੂ ਨੇ ਸਾਈਕਲ ਦਾ ਸਟੈਂਡ ਲਾਉਂਦਿਆਂ ਕਿਹਾ, ਇਹ ਧੀ-ਹਵਾ ਐਵੇਂ ਡਰਦਾ ਰਹਿੰਦਾ। 20 ਵਾਰੀ ਕਿਹਾ ਇਹਨੂੰ, ਐਵੇਂ ਨਾ ਮੋਕ ਮਾਰਿਆ ਕਰ। ਜੁਰਤ ਨਾਲ ਰਿਹਾ ਕਰ ਤੇ ਮਜ਼ੇ ਲੁੱਟਿਆ ਕਰ ਆਪਣੇ ਬਾਪੂ ਵਾਂਗ। ਸ਼ਾਮ ਢਲੇ ਮਾਸੀ ਵੀ ਸਾਡੇ ਨਾਲ ਹੀ ਪਿੰਡ ਨੂੰ ਤੁਰ ਆਈ ਸੀ। ਜਰਨੈਲੀ ਸੜਕ ਤੋਂ ਪਿੰਡ ਵੱਲ ਮੁੜਦੇ ਸੂਏ ਦੇ ਕੰਢੇ-ਕੰਢੇ ਕੱਚੇ ਰਾਹ ਦੇ ਦੋਵੇਂ ਪਾਸੇ ਉੱਗੇ ਸਰਕੰਡੇ ਦੇ ਕਾਨਿਆਂ ਦੇ ਸੰਘਣੇ ਝੁੰਡ 'ਚੋਂ ਲੰਘਦਿਆਂ ਮਾਸੀ ਤੇ ਬਾਪੂ ਦਾ ਹਾਸਾ ਛਣਕ ਰਿਹਾ ਸੀ। ਮਾਸੀ ਦੀ ਆਵਾਜ਼ ਆਈ, ਕੀ ਕਰਦਾ ਭਾਈਆ ਤੂੰ? ਕੁਝ ਨਹੀਂ ਛਿੰਦੋ, ਐਵੇਂ ਹੱਥ ਜੇ ਨਿੱਘੇ ਕਰਦਾ। ਉਹ ਮਸਤੀ ਜਿਹੀ 'ਚ ਬੋਲਿਆ, ਛੱਡਿਆ ਵੀ ਕਰ ਹੁਣ ਇਹੋ ਜਿਹੇ ਲੁੱਚ-ਪੁਣੇ, ਨਾਲੇ ਨਾਲ ਨਿਆਣਾ। ਮਾਸੀ ਦੀ ਥਿੜਕਵੀਂ ਤੇ ਤਰਲ ਜਿਹੀ ਆਵਾਜ਼ ਸੁਣ ਕੇ ਮੇਰਾ ਜੀ ਕੀਤਾ ਪਿੱਛੇ ਨੂੰ ਉੱਲਰ ਕੇ ਵੇਖਾਂ। ਚੱਲਦੇ ਸਾਈਕਲ ਦਾ ਡੰਡਾ ਮੇਰੀ ਢੂਈ 'ਚ ਖੁੱਭ ਰਿਹਾ ਸੀ। ਮੈਂ ਆਪਣੇ ਆਪ ਨੂੰ ਰਾਹਤ ਦਿਵਾਉਣ ਲਈ ਥੋੜਾ ਵੀ ਅੱਗੇ ਪਿੱਛੇ ਹੁੰਦਾ ਤਾਂ ਬਾਪੂ ਝਈ ਲੈ ਕੇ ਪੈਂਦਾ, ਰਮਾਲ ਨਾਲ ਨਹੀਂ ਬਹਿ ਹੁੰਦਾ ਤੈਥੋਂ। ਜਿਹਨੂੰ ਸੁਣਦਿਆਂ ਸਾਰੇ ਪਿੱਛੇ ਮੁੜ ਕੇ ਵੇਖਣ ਦੀ ਮੇਰੀ ਹਿੰਮਤ ਜਵਾਬ ਦੇ ਜਾਂਦੀ। ਦੂਰ ਉੱਚੇ ਅੰਬਰਾਂ 'ਚੋਂ ਸਰਕਦਾ ਸੂਰਜ ਲਹਿੰਦੇ ਦੀ ਗੁੱਠੇ ਜਾ ਲੁਕਿਆ ਸੀ, ਪਰ ਦਿਨ ਦੀ ਲੋ ਅਜੇ ਵਾਹਵਾ ਸੀ। ਕੋਈ ਵਿਰਲਾ ਟਾਵਾਂ ਰਾਹੀਂ ਆਉਂਦਾ ਜਾਂਦਾ ਸੀ। ਬਾਪੂ ਨੇ ਘਰਾਟਾਂ ਵਾਲੀ ਪੁਲੀ ਤੇ ਸਾਈਕਲ ਖੜਾ ਕੀਤਾ ਤੇ ਵੱਡੇ ਪਿੱਪਲ ਦੇ ਓਹਲੇ ਨਿਵਾਣਾਂ ਨੂੰ ਹੋ ਗਿਆ। ਥੋੜਾ ਜਿਹਾ ਰੁਕ ਕੇ ਮਾਸੀ ਨੂੰ ਆਵਾਜ਼ ਮਾਰੀ, ਛਿੰਦੋ, ਆਹ ਦੇਖ ਖੁੰਬਾਂ। ਮਾਸੀ ਛੋਲੇ ਕਦਮੀ ਆਸੇ-ਪਾਸੇ ਵੇਖਦੀ ਉੱਧਰ ਨੂੰ ਹੋ ਤੁਰੀ। ਦੋਵੇਂ ਪਿੱਪਲ ਦੇ ਉੱਬੜ-ਖਾਬੜ ਜਿਹੇ ਮੋਟੇ ਮੁੱਢ ਦੇ ਓਹਲੇ ਹੋ ਗਏ। ਕਦੀ ਕਦਾਈ ਮੁੱਢ ਦੇ ਪਰਲੇ ਪਾਸੇ ਨਾਲ ਢਾਸਣ ਲਾ ਕੇ ਖਲੋਤੀ ਮਾਸੀ ਦੀ ਜੋਗੀਆ ਜੀ ਚੁੰਨੀ ਹਵਾ 'ਚ ਉੱਡਦੀ ਦਾ ਸਿਰਾ ਵਿਖਾਈ ਦਿੰਦਾ ਤੇ ਕਦੀ ਨਾਲ ਲੱਗ ਕੇ ਖਲੋਤੇ ਬਾਪੂ ਦੇ ਇੱਕ ਪੈਰ ਦੀ ਇੱਕ ਪਾਸਿਓਂ ਅੱਧਿਓਂ ਬਹੁਤੀ ਘਸ ਗਈ ਗੁਰਗਾਬੀ ਦੀ ਅੱਡੀ ਦਿਸਦੀ। ਸਾਈਕਲ ਦੇ ਡੰਡੇ ਤੇ ਬੈਠਾ ਮੈਂ ਚਿਰਾਂ ਦੇ ਸੁੱਕੇ ਸੂਏ 'ਚ ਕਦੇ ਚੜ੍ਹਦੇ ਵੱਲ ਕਦੀ ਲਹਿੰਦੇ ਵੱਲ ਦੂਰ ਤੱਕ ਝਾਤੀਆਂ ਮਾਰ ਰਿਹਾ ਸਾਂ। ਥਾਂ-ਥਾਂ ਤੋਂ ਖੁਰ ਗਏ ਸੂਏ ਦੇ ਦੋਵੇਂ ਕੰਢਿਆਂ ਤੇ ਉੱਗੀ ਦੱਬ ਕਾਈ ਤੇ ਕੱਖ ਕਾਣ ਜਿਹਾ ਵੇਖ ਮੈਨੂੰ ਖੌਫ ਜਿਹਾ ਆਉਣ ਲੱਗਾ। ਪਰ ਸਾਈਕਲ ਦੇ ਡਿੱਗ ਜਾਣ ਦੇ ਡਰ ਤੋਂ ਮੈਂ ਬਿਨਾਂ ਕੋਈ ਹਿਲਜੁਲ ਕੀਤਿਆਂ ਚੁੱਪਚਾਪ ਖੁੰਬਾਂ ਪੁੱਟਣ ਗਏ ਮਾਸੀ ਬਾਪੂ ਦੇ ਰਾਹ ਵੇਖਦਾ ਰਿਹਾ। ਉੱਚੇ ਪਿੱਪਲ ਦੇ ਪੱਤਿਆਂ ਦੀ ਖੜ-ਖੜ ਤੇ ਉੱਪਰ ਬੈਠੇ ਪੰਛੀਆਂ ਦਾ ਸ਼ੋਰ ਮੇਰੇ ਕੰਨਾਂ 'ਚ ਕਿਰਚਾਂ ਵਾਂਗ ਵੱਜ ਰਿਹਾ ਸੀ। ਆਸੇ-ਪਾਸੇ ਫੈਲੇ ਸਨਾਟੇ ਨੇ ਮੇਲੇ ਵਾਲਾ ਰੰਗ ਅਸਲੋਂ ਭੁਲਾ ਦਿੱਤਾ ਸੀ। ਮੇਰਾ ਸੰਗ ਸੁੱਕ ਗਿਆ ਸੀ ਤੇ ਥੁੱਕ ਵੀ ਅੰਦਰ ਨਹੀਂ ਸੀ ਲੰਘਦਾ ਪਿਆ। ਬਾਪੂ ਤੇ ਮਾਸੀ ਪਤਾ ਨਹੀਂ ਕਿਹੜੀਆਂ ਖੁੰਬਾਂ ਪੱਟਣ 'ਚ ਰੁੱਝੇ ਸੀ, ਇੰਨਾ ਸਮਾਂ ਲਾ ਦਿੱਤਾ। ਪੈਰ ਝਾੜਦਾ ਤੇ ਆਪਣੇ ਗਲ ਪਾਏ ਝੱਗੇ ਨਾਲ ਮੁੱਛਾਂ ਪੂੰਝਦਾ ਬਾਪੂ ਪਿੱਪਲ ਦੇ ਓਹਲਿਓਂ ਬਾਹਰ ਆਇਆ। ਮੈਨੂੰ ਇਉਂ ਲੱਗਿਆ ਜਿਵੇਂ ਉਹ ਬਾਟੀ 'ਚੋਂ ਇੱਕੋ ਡੀਕ ਕੇ ਲੱਸੀ ਪੀ ਕੇ ਹਟਿਆ ਹੋਵੇ। ਥੋੜੀ ਜਿਹੀ ਰੁਕ ਕੇ ਮਾਸੀ ਹੱਥ 'ਚ 5-7 ਖੁੰਬਾਂ ਫੜੀ ਬਾਹਰ ਆਈ ਤੇ ਕਾਹਲੀ ਕਦਮੀ ਮੁੜ ਸਾਈਕਲ ਤੇ ਆ ਚੜੀ ਸੀ। ਕਿੱਕਰ ਦੇ ਸੁੱਕੇ ਮੋਛਿਆਂ ਉੱਤੇ ਪਏ ਬਾਪੂ ਦੇ ਕੋਲ ਖੜੀ ਉਹੀ ਮਾਸੀ ਹੁਣ ਮੇਰੇ ਸਾਹਮਣੇ ਹੈ, ਜਿਹਦੀਆਂ ਗੱਲਾਂ ਅੰਦਰ ਨੂੰ ਧੱਸੀਆਂ ਤੇ ਹੜਬਾਂ ਨਿਕਲੀਆਂ ਹੋਈਆਂ ਨੇ। ਸਿਰ ਉੱਤੇ ਦੁੱਧ ਚਿੱਟੇ ਵਾਲ ਵੀ ਵਿਰਲੇ ਟਾਵੇਂ ਰਹਿ ਗਏ ਨੇ।
ਪਤਾ ਨਹੀਂ ਬਾਪੂ ਦੇ ਤੁਰ ਜਾਣ ਕਰਕੇ ਜਾਂ ਕਿਸੇ ਬੀਤੇ ਵੇਲੇ ਨੂੰ ਯਾਦ ਕਰਕੇ ਮਾਸੀ ਆਪਣੀਆਂ ਨਜ਼ਰ ਵਾਲੀਆਂ ਐਨਕਾਂ ਲਾ ਕੇ ਬਾਰ-ਬਾਰ ਅੱਖਾਂ ਪੂੰਝਦੀ ਹੈ ਤੇ ਮੁੜ-ਮੁੜ ਬਾਪੂ ਦੇ ਚਿਹਰੇ ਵੱਲ ਵੇਖਦੀ ਹੈ। ਇਸੇ ਤਰ੍ਹਾਂ ਹੀ ਤਾਂ ਮਾਸੀ ਵੇਖਦੀ ਹੁੰਦੀ ਸੀ ਜਦੋਂ ਬਾਪੂ ਦੀ ਨਿਗਾਹ ਬਿਲਕੁਲ ਜਵਾਬ ਦੇ ਗਈ ਸੀ। ਜਦ ਕਦੀ ਮਾਸੀ ਆਈ ਹੁੰਦੀ ਤਾਂ ਦਿਨ ਚੜ੍ਹਦੇ ਸਾਰੇ ਕੰਧਾਂ ਨੂੰ ਟੋਹ-ਟੋਹ ਕੇ ਵਿਹੜੇ 'ਚ ਡਿੱਗੀ ਮੰਜੀ ਉੱਤੇ ਲੱਤਾਂ ਲਮਕਾ ਕੇ ਆ ਬਹਿੰਦਾ ਸੀ। ਬੇਬੇ ਤੇ ਮਾਸੀ ਨਿੱਕੀਆਂ-ਨਿੱਕੀਆਂ ਗੱਲਾਂ ਕਰਦੀਆਂ ਤਾਂ ਬਾਪੂ ਕੰਨ ਲਾ ਕੇ ਸੁਣਨ ਦੀ ਕੋਸ਼ਿਸ਼ ਕਰਦਾ। ਕਦੀ ਮਾਸੀ ਦਾ ਕਿਸੇ ਗੱਲੋਂ ਮੱਠਾ ਜਿਹਾ ਹਾਸਾ ਛਣਕਦਾ ਤਾਂ ਬਾਪੂ ਦੇ ਚਿਹਰੇ ਤੇ ਬੇਪਛਾਣੀ ਜੀ ਮੁਸਕਾਨ ਖਿੰਡਰ ਜਾਂਦੀ। ਉਹਦੇ ਚਿੱਟੇ ਬਲੌਰਾਂ ਵਰਗੇ ਡੇਲੇ ਤੇਜ਼-ਤੇਜ਼ ਘੁੰਮਣ ਲੱਗਦੇ। ਉਹ ਮੰਜੇ ਦੀ ਹੀਂਹ ਤੋਂ ਹੇਠਾਂ ਲਮਕਦੀਆਂ ਲੱਤਾਂ ਹਿਲਾਉਣ ਲੱਗਦਾ। ਕਦੀ ਆਪਣੇ ਦੋਵੇਂ ਹੱਥ ਆਪਣੀਆਂ ਖੁੱਚਾਂ ਥੱਲੇ ਦੱਬ ਕੇ ਲਚਾਰਗੀ ਜਿਹੀ ਨਾਲ ਬੁੱਲ੍ਹ ਟੁੱਕਦਾ ਤੇ ਕਦੀ ਢਿੱਲੀ ਜਿਹੀ ਪੱਗ ਹੇਠ ਉਂਗਲ ਵਾੜ ਕੇ ਸਿਰ ਖੁਰਕਣ ਲੱਗ। ਅੱਖਾਂ ਨਾਲ ਹੀ ਜਹਾਨ ਵਸਦਾ ਹੈ ਬੰਦੇ ਦਾ। ਮੇਰੀ ਸੁਰਤੀ ਮਾਸੀ ਵੱਲੋਂ ਹਟ ਕੇ ਲੰਬੜਦਾਰ ਵੱਲ ਮੁੜਦੀ ਹੈ। ਬਾਪੂ ਦਾ ਟੋਹ-ਟੋਹ ਕੇ ਪੈਰ ਪੁੱਟਣ ਦਾ ਲੰਮਾ ਪੈਂਡਾ ਮੇਰੇ ਅੰਤਰ ਮਨ ਵਿੱਚ ਗੁਜ਼ਰਦਾ ਹੈ। ਉਸ ਨਾਲ ਕੰਮ ਤੇ ਪਏ ਨੂੰ 3-4 ਵਰ੍ਹੇ ਹੋਏ ਸਨ ਜਦੋਂ ਉਹਦੀਆਂ ਅੱਖਾਂ ਦੀ ਜੋਤ ਹਮੇਸ਼ਾ ਲਈ ਜਾਂਦੀ ਰਹੀ ਸੀ। ਉਸ ਸਮੇਂ ਬਾਪੂ ਦੀ ਕਾਰੀਗਰੀ ਉਹਦੇ ਸਿਰ ਚੜ੍ਹ ਕੇ ਬੋਲਦੀ ਸੀ। ਉਹਦੇ ਖੱਬੇ ਹੱਥ ਨਾਲ ਚਲਦੀ ਕਾਂਡੀ ਦਾ ਲਾਗੇ ਚਾਗੇ 4 ਪਿੰਡਾਂ 'ਚ ਕੋਈ ਮੁਕਾਬਲਾ ਨਹੀਂ ਸੀ। ਮਗਰ ਲੱਗੇ ਦਿਹਾੜੀਦਾਰ ਭੱਜ-ਭੱਜ ਕੰਮ ਕਰਦੇ। ਜੁਗਤ ਨਾਲ ਇੱਟਾਂ ਜੁੜਦੀਆਂ, ਕੰਧਾਂ ਉਸਰਦੀਆਂ, ਛੱਤਾਂ ਪੈਂਦੀਆਂ, ਘਰ ਬਣਦੇ। ਬਾਪੂ ਦਾ ਆਪਣੇ ਹੱਥੀਂ ਬਣਾਏ ਤੇ ਘੁੱਗ ਵਸਦੇ ਘਰਾਂ ਨਾਲ ਖਾਸ ਮੋਹ ਹੁੰਦਾ ਸੀ। ਉਹਨਾਂ ਦਿਨਾਂ 'ਚ ਹੀ ਤਾਂ ਰਸਤੇ 'ਚ ਆਉਂਦਿਆਂ ਜਾਂਦਿਆਂ ਵਗਦੀਆਂ ਖੁਸ਼ਕ ਹਵਾਵਾਂ ਵਿੱਚ ਕਣਕ ਦੇ ਕਸੀਰ ਉੱਡ ਕੇ ਉਹਦੀਆਂ ਅੱਖਾਂ 'ਚ ਪੈ ਗਏ ਸਨ, ਜਿਹਦੀ ਰੜਕ ਕਈ ਦਿਨ ਪੈਂਦੀ ਰਹੀ ਸੀ। ਅੱਖਾਂ ਦੀਆਂ ਪੁਤਲੀਆਂ ਸੁੱਜ ਗਈਆਂ ਸਨ ਤੇ ਡੇਲੇ ਲਾਲ ਸੁਰਖ ਹੋ ਗਏ ਸਨ। ਉਸ ਦਿਨ ਕਈ ਵਾਰੀ ਤਾਜ਼ੇ ਪਾਣੀ ਦੇ ਛਿੱਟੇ ਮਾਰਦਾ ਤੇ ਉਸੇ ਹਾਲ ਆਪਣੇ ਕੰਮ ਨੂੰ ਵੀ ਜੁਟਿਆ ਰਹਿੰਦਾ। ਪਾਣੀ ਦੇ ਛਿੱਟਿਆਂ ਨਾਲ ਉਹਨੂੰ 2 ਕੁ ਘੜੀਆਂ ਚੈਨ ਆਉਂਦਾ, ਫਿਰ ਬਾਅਦ 'ਚੋਂ ਰੜਕ ਨਾਲ ਉਸੇ ਤਰ੍ਹਾਂ ਤਰਲੋ ਮੱਛੀ ਹੋਣ ਲੱਗਦਾ। ਉਸ ਦਿਨ ਵੀ ਸਰਪੰਚਾਂ ਦੀ ਹਵੇਲੀ 'ਚ 2 ਘੜੀਆਂ ਸਾਹ ਲੈਣ ਲਈ ਸ਼ਰੀਨ ਦੀ ਤਿੱਤਰੀ ਮਿੱਤਰੀ ਛਾਵੇਂ ਬੈਠੇ ਸਾਂ ਜਦੋਂ 2 ਲੰਮੇ ਚੋਗਿਆਂ ਵਾਲੇ ਜੋਗੀ ਮੋਢੇ ਤੇ ਵਹਿੰਗੀ ਲਮਕਾਈ ਉਹਨਾਂ ਦੇ ਕੋਲ ਆ ਬੈਠੇ। ਬਾਪੂ ਨੂੰ ਮੁੜ-ਮੁੜ ਅੱਖਾਂ ਤੇ ਪਾਣੀ ਦੇ ਛਿੱਟੇ ਮਾਰਦਿਆਂ ਵੇਖ ਜੋਗੀਆਂ ਨੇ ਉਹਨਾਂ ਵੱਲੋਂ ਤਿਆਰ ਕੀਤਾ ਕੋਈ ਸੁਰਮਾ ਪਾਉਣ ਦੀ ਸਲਾਹ ਦਿੱਤੀ ਸੀ, ਜਿਹਨੂੰ ਜੱਕੋ ਤੱਕੀ ਜਿਹੀ 'ਚ ਮੰਨਦਿਆਂ ਬਾਪੂ ਉਹਨਾਂ ਅੱਗੇ ਪੈਰਾਂ ਭਾਰ ਜਾ ਬੈਠਾ ਸੀ। ਉਹਨਾਂ 'ਚੋਂ ਇੱਕ ਨੇ ਪਟਾਰੀ ਅੰਦਰੋਂ ਮੈਲੀ ਜਿਹੀ ਡੱਬੀ 'ਚੋਂ ਸੁਆਹ ਵਰਗਾ ਕੋਈ ਪਾਊਡਰ ਜਿਹਾ ਕੱਢਿਆ ਤੇ ਲੱਕੜ ਦੇ ਸੁਰਮਚੂ ਨਾਲ ਬਾਪੂ ਦੀਆਂ ਦੋਹਾਂ ਅੱਖਾਂ 'ਚ ਵਾਰੋ-ਵਾਰੀ ਪਾ ਦਿੱਤਾ, ਜਿਸ ਨਾਲ ਪੈਰਾਂ ਭਾਰ ਬੈਠੇ ਬਾਪੂ ਨੂੰ ਝੁੰਝਣੀ ਜਿਹੀ ਆਈ ਤੇ ਉਹ ਤਰੇਲੀਓ ਤਰੇਲੀ ਹੋ ਗਿਆ। ਸੁਰਮਾ ਉਹਦੀਆਂ ਅੱਖਾਂ 'ਚ ਠੰਡ ਪਾਉਣ ਦੀ ਥਾਂ ਮਿਰਚਾਂ ਵਾਂਗ ਲੜਿਆ ਲੱਗਦਾ ਸੀ। ਜੋਗੀ 2 ਕੁ ਰਤੀਆਂ ਦੀ ਪੁੜੀ ਬਣਾ ਕੇ ਬਾਪੂ ਦੀ ਤਲੀ ਤੇ ਰੱਖ ਕੇ ਘੰਟੇ-ਘੰਟੇ ਬਾਅਦ ਪਾਉਣ ਦੀ ਸਲਾਹ ਦੇ ਕੇ ਚੱਲਦੇ ਬਣੇ ਸਨ। ਬਾਪੂ ਦੇ ਲਗਾਤਾਰ ਸੁਰਮਾ ਪਾਉਣ ਨਾਲ ਰੜਕ ਦਾ ਤਾਂ ਭਾਵੇਂ ਫਰਕ ਪੈ ਗਿਆ ਸੀ, ਪਰ ਅੱਖਾਂ ਅੱਗੇ ਹਲਕਾ ਜਿਹਾ ਧੁੰਦਲਕਾ ਪਸਰਦਾ ਅੰਤ ਅੱਖਾਂ ਵਿਚਲੀ ਲੋ ਨੂੰ ਸਦਾ ਲਈ ਲੈ ਬੈਠਾ ਸੀ। ਜਿੱਥੇ ਕਿਸੇ 10 ਪਾਈ ਉੱਥੇ ਜਾ ਕੇ ਵਿਖਾਇਆ। ਥਾਂ-ਥਾਂ ਦੇ ਧੱਕੇ ਧੌੜੇ ਖਾਧੇ। ਡਾਕਟਰ ਹਕੀਮ ਵੀ ਆਪਣਾ ਜ਼ੋਰ ਲਾ ਕੇ ਥੱਕ ਹਾਰ ਗਏ, ਪਰ ਬਾਪੂ ਦੀਆਂ ਅੱਖਾਂ ਦੀ ਗਈ ਜੋਤ ਵਾਪਸ ਨਹੀਂ ਸੀ ਪਰਤੀ। ਕਿੰਨਾ ਬੇਚੈਨ ਰਹਿਣ ਲੱਗਾ ਸੀ ਬਾਪੂ ਉਹਨਾਂ ਦਿਨਾਂ 'ਚ। ਉਹ ਵੇਲੇ ਸਿਰ ਹੀ ਉੱਠ ਬੈਠਦਾ, ਸਰਾਣੇ ਪਈ ਪੱਗ ਨੂੰ ਸਲੀਕੇ ਨਾਲ ਵਲੇਟਣ ਦੀ ਕੋਸ਼ਿਸ਼ ਕਰਦਾ, ਫਿਰ ਹੌਲੀ-ਹੌਲੀ ਕੰਧ ਨਾਲ ਟੰਗੇ ਸ਼ੀਸ਼ੇ ਮੂਹਰੇ ਜਾ ਖਲੋਂਦਾ। ਧੁੰਦਲੇ ਜਿਹੇ ਸ਼ੀਸ਼ੇ 'ਚ ਅੱਖਾਂ ਮੀਟ-ਮੀਟ ਵਲੇਟੀ ਪੱਗ ਦੇ ਪੇਚਾਂ ਨੂੰ ਜਾਚਣ ਦੀ ਕੋਸ਼ਿਸ਼ ਕਰਦਾ, ਫਿਰ ਨਿੰਮੋ ਝੂਣਾ ਜਿਹਾ ਹੋਇਆ ਪਰਾਂ ਜਾ ਬਹਿੰਦਾ ਸੀ। ਫਿਰ ਵੱਡੇ ਸੋਫੇ ਦੀ ਗੁੱਠੀ ਪਈ ਔਜ਼ਾਰਾਂ ਵਾਲੀ ਪੇਟੀ ਖੋਲ੍ਹ ਕੇ ਬੈਠ ਜਾਂਦਾ। ਕੱਲੇ-ਕੱਲੇ ਔਜ਼ਾਰ ਨੂੰ ਹੱਥ ਫੇਰ-ਫੇਰ ਕੇ ਵੇਖਦਾ, ਉਹਨਾਂ ਨੂੰ ਝਾੜਦਾ, ਪੂੰਝਦਾ, ਮੁੜ ਥਾਂ ਸਿਰ ਕਰਦਿਆਂ ਉਂਗਲਾਂ ਤੇ ਉਹਨਾਂ ਦੀ ਗਿਣਤੀ ਕਰਦਾ, ਆਵਾਜ਼ਾਂ ਮਾਰ-ਮਾਰ ਕੰਮ ਤੇ ਪਏ ਔਜ਼ਾਰਾਂ ਬਾਰੇ ਪੁੱਛਦਾ। ਫਿਰ ਕਿੰਨਾ-ਕਿੰਨਾ ਚਿਰ ਦੋਵੇਂ ਕੂਹਣੀਆਂ ਬੰਦ ਪਈ ਪੇਟੀ ਦੇ ਢੱਕਣ ਤੇ ਰੱਖ ਕੇ ਸੋਚੀ ਪਿਆ ਰਹਿੰਦਾ। ਉਹ ਕਈ ਵਾਰ ਜ਼ਿੱਦ ਕਰਕੇ ਮੇਰੇ ਨਾਲ ਕੰਮ ਤੇ ਚਲਾ ਜਾਂਦਾ, ਟੋਹ-ਟੋਹ ਕੇ ਲੱਗ ਗਈ ਚਿਣਾਈ ਦੇ ਵਾਰ ਗਿਣਦਾ, ਹੱਥ ਫੇਰ-ਫੇਰ ਕੇ ਚਿਣੀਆਂ ਇੱਟਾਂ ਦੀ ਸਫਾਈ ਜਾਚਦਾ, ਪਰਾਂ ਛਾਵੇਂ ਡਿੱਠੀ ਮੰਜੀ ਤੇ ਬੈਠਾ ਬਾਰ-ਬਾਰ ਹੱਥ ਛੋਲਾ ਮਾਰਨ ਦੀ ਤਾਕੀਦ ਕਰਦਾ ਰਹਿੰਦਾ ਸੀ। ਅਸਮਾਨ ਵੱਲ ਝਾਕਦਿਆਂ ਲਹਿੰਦੇ ਵੱਲ ਸਰਕਦੇ ਜਾ ਰਹੇ ਸੂਰਜ ਵੱਲ ਮੇਰਾ ਧਿਆਨ ਜਾਂਦਾ ਹੈ। ਦਿਨ ਥੱਲੇ ਲੈ ਗਿਆ ਹੈ। ਰਿਸ਼ਤੇਦਾਰਾਂ ਨੂੰ ਵਾਪਸ ਮੁੜਨ ਦੀ ਕਾਹਲੀ ਵੀ ਹੈ। ਖੜੇ ਲੋਕ ਵੱਡੀ ਸੜਕ ਤੇ ਤੋਂ ਪਿੰਡ ਨੂੰ ਮੁੜਦੇ ਪਹੇ ਵੱਲ ਮੁੜ-ਮੁੜ ਝਾਕਦੇ ਹਨ। ਭੂਆ ਦੇ ਪੁੱਤ ਨੂੰ ਫੋਨ ਕਰਕੇ ਕਈ ਵਾਰ ਪੁੱਛ ਲਿਆ, ਪਿੰਡ ਦੇ ਉੱਪਰਲੇ ਪਾਸੇ ਪਹੁੰਚਣ ਦਾ ਪਤਾ ਚੱਲਿਆ ਉਹਨਾਂ ਦਾ। ਕੋਈ ਨਾ, ਪਹੁੰਚ ਗਏ ਹੁਣ ਤਾਂ, ਉਡੀਕ ਹੀ ਲੈਣਾ ਚਾਹੀਦਾ ਭਾਈ, ਖਲੋਤਿਆਂ 'ਚੋਂ ਕੋਈ ਸਿਆਣਾ ਬਜ਼ੁਰਗ ਬੋਲਿਆ। 2 ਘੜੀਆਂ ਦੀ ਖੇਡ ਹੈ, ਜਾਂਦੀ ਵਾਰੀ ਦਾ ਮੂੰਹ ਵੇਖ ਲੈਣਗੇ, ਫਿਰ ਤਾਂ ਬੰਦਾ ਸੁਪਨਾ ਹੀ ਹੋ ਜਾਂਦਾ ਹੈ।
ਗ੍ਰੰਥੀ ਲਹਿਣਾ ਸਿਓ ਆਪਣੀ ਦੁੱਧ ਚਿੱਟੀ ਦਾੜੀ ਚੁੰਗਲਾਂ ਦੀ ਕੰਘੀ ਜਿਹੀ ਕਰਦਿਆਂ ਥੋੜਾ ਕੁ ਅੱਗੇ ਹੋ ਕੇ ਕਹਿੰਦਾ, ਐਵੇਂ ਬੰਦਾ ਸਾਰੀ ਉਮਰ ਉਹ ਵੀ ਸ਼ੈ ਮੇਰੀ ਐ, ਇਹ ਵੀ ਸ਼ੈ ਮੇਰੀ ਐ ਕਰਦਾ ਖਪੀ ਜਾਂਦਾ ਹੈ। ਘਰ-ਬਾਰ ਨੂੰ ਜੱਫੇ ਮਾਰਦਾ ਹੈ। ਇਹ ਜਗ੍ਹਾ ਆ ਕੇ ਮੁੱਕ ਜਾਂਦਾ ਹੈ ਸਭ ਕੁਝ। ਇਹੀ ਤਾਂ ਅੰਤਮ ਸੱਚ ਹੈ। ਵੱਡੇ ਘਰ ਪਰਿਵਾਰ ਵਾਲਾ ਸਭ ਕੁਝ ਛੱਡ ਛਡਾ ਅੰਤ ਵੇਲੇ ਆ ਪਿਆ 3.5 ਹੱਥ ਜ਼ਮੀਨ ਤੇ ਲੱਗੀ ਲੱਕੜਾਂ ਦੀ ਢੇਰੀ ਉੱਤੇ। ਉੱਥੋਂ ਤੱਕ ਨਾਲ ਆਏ ਸੰਗੀ ਸਾਥੀ ਸੋਚਦੇ ਨੇ ਕਿ ਆਪਾਂ ਵੀ ਇੱਕ ਦਿਨ ਇੱਥੇ ਹੀ ਆਉਣਾ, ਮੁੜਦੇ ਸਾਰ ਹੀ ਫੇਰ ਭੁੱਲ ਜਾਂਦੇ ਨੇ। ਠੀਕ ਕਹਿੰਦੇ ਹੋ ਮਹਾਰਾਜ, ਪਰ ਬੰਦਾ ਕੁਝ ਕਰਕੇ ਮਰਿਆ ਹੋਵੇ ਥੋੜੇ ਕੀਤਿਆਂ ਕਿੱਥੇ ਭੁੱਲਦਾ ਹੈ ਲੋਕਾਂ ਨੂੰ। ਭਾ ਚੈਂਚਲ ਸਿਉ ਵੱਡੇ ਰੌਲਿਆਂ 'ਚ ਪਿੰਡ ਦਾ ਬੰਨ ਬਣ ਕੇ ਖਲੋਤਾ ਸੀ। ਲਾਗਲੇ ਸਾਰੇ ਪਿੰਡਾਂ 'ਚ ਭਾਵੇਂ ਗੜ੍ਹ ਸੀ ਮੁਸਲਮਾਨਾਂ ਦਾ, ਪਰ ਕੀ ਮਜਾਲ ਹੈ ਆਪਣੇ ਪਿੰਡ ਵੱਲ ਕਿਸੇ ਨੇ ਅੱਖ ਚੁੱਕ ਕੇ ਵੀ ਵੇਖਣ ਦੀ ਹਿੰਮਤ ਕੀਤੀ ਹੋਵੇ। ਇਹਦੇ ਦਿਨ ਰਾਤ ਤਪਦੇ ਆਰਨ ਤੇ ਬਣੀਆਂ ਬਰਛੀਆਂ ਨੇ ਪੂਰੇ ਇਲਾਕੇ 'ਚ ਤਰਥੱਲੀ ਮਚਾਤੀ ਸੀ। ਕੱਟ ਵੱਢ ਕਰਨ ਨੂੰ ਮੁੰਡਿਆਂ ਦੀ ਢਾਣੀ 'ਚ ਸਭ ਤੋਂ ਮੂਹਰੇ ਹੋ ਕੇ ਤੁਰਿਆ ਸੀ। ਜਿਸ ਪਾਸੇ ਨੂੰ ਵੀ ਆਪਣੀ ਟੋਲੀ ਲੈ ਕੇ ਮੂੰਹ ਕੀਤਾ ਭਾਜੜਾਂ ਪਵਾਤੀਆਂ ਸੀ। ਭਜਨ ਸਿੰਘ ਲੁਹਾਰ ਉਸ ਵੇਲੇ ਨੂੰ ਯਾਦ ਕਰਦਾ ਦੱਸ ਰਿਹਾ ਸੀ। ਉਹ ਬਾਪੂ ਦਾ ਹਾਣੀ ਵੀ ਸੀ ਤੇ ਜੋਟੀਦਾਰ ਵੀ। ਭਾਜੀ, ਮਾਮਾ ਜ਼ਿਆਦਾ ਢਿੱਲਾ ਮੱਠਾ ਹੋ ਗਿਆ ਸੀ। ਤੁਸੀਂ ਕਿਤੇ ਫੋਨ ਕਰ ਦਿੰਦੇ ਤਾਂ ਮਿਲ ਹੀ ਜਾਂਦੇ ਅਸੀਂ। ਭੂਆ ਦੇ ਪੁੱਤ ਦਰਸ਼ਨ ਨੇ ਆਉਂਦਿਆਂ ਹੀ ਮੇਰੇ ਸੱਜੇ ਮੋਢੇ ਤੇ ਹੱਥ ਰੱਖਦਿਆਂ ਪੁੱਛਿਆ। ਮਾਮੂਲੀ ਹੂੰ ਹਾਂ ਤੋਂ ਬਹੁਤ ਜਵਾਬ ਨਹੀਂ ਔੜਦਾ ਮੈਨੂੰ, ਪਰ ਦਿਹਾੜੀ ਪਹਿਲਾਂ ਦੇ ਹੋਏ ਹਾਲ ਦਾ ਚੇਤਾ ਆਉਂਦਿਆਂ ਹੀ ਮੇਰੀ ਰੂਹ ਕੰਬ ਜਾਂਦੀ ਹੈ। ਡਰ ਆਉਂਦਾ ਉਸ ਦਿਨ ਨੂੰ ਯਾਦ ਕਰਕੇ ਵੀ। ਨਾ ਚਾਹੁੰਦਿਆਂ ਵੀ ਇੱਕ ਦਿਨ ਇੱਕ ਇੱਕ ਸੀਨ ਮੇਰੇ ਅੱਗਿਓਂ ਦੀ ਗੁਜ਼ਰਦਾ ਹੈ। ਉਸ ਦਿਨ ਹਾਲੇ ਗੁਰਦੁਆਰੇ ਬਾਬਾ ਨਹੀਂ ਸੀ ਬੋਲਿਆ, ਜਦੋਂ ਬਾਪੂ ਦੀ ਉੱਚੀ ਵੱਜੀ ਚੀਖ ਨਾਲ ਘਰ ਦੇ ਬਾਕੀ ਦੇ ਜੀਅ ਅੱਬੜਵਾਏ ਉੱਠ ਖਲੋਤੇ ਸਨ ਤੇ ਪਲਾਂ ਛਿਨਾਂ ਵਿੱਚ ਹੀ ਉਹਦੀ ਮੰਜੀ ਦੁਆਲੇ ਆ ਬੈਠੇ ਸੀ। ਰਜਾਈ ਦੀ ਬੁੱਕਲ 'ਚ ਕੰਧ ਨਾਲ ਢੋ ਲਾ ਕੇ ਬੈਠੇ ਬਾਪੂ ਨੂੰ ਮੈਂ ਗੌਰ ਨਾਲ ਵੇਖਿਆ। ਅਜਿਹੀ ਮਿੱਠੀ ਜਿਹੀ ਰੁੱਤ ਤੇ ਵੀ ਉਹਦਾ ਮੱਥਾ ਤਰੇਲੀ ਹੋਇਆ ਪਿਆ ਸੀ। ਅੱਖਾਂ 'ਚੋਂ ਪਾਣੀ ਆਪ ਮੁਹਾਰੇ ਵਗੀ ਜਾਂਦਾ ਸੀ। ਚਿਹਰੇ ਤੇ ਛਾਈ ਪਲੱਤਣ ਸਾਫ਼ ਵਿਖਾਈ ਦਿੰਦੀ ਸੀ। ਉਹ ਕੰਬਦੇ ਜੇ ਹੱਥ ਮੁੜ-ਮੁੜ ਆਪਣੀ ਦਾੜੀ ਤੇ ਫੇਰਦਾ, ਡੌਰ ਭੌਰ ਜਿਹਾ ਹੋਇਆ ਆਸੇ-ਪਾਸੇ ਡੇਲੇ ਫੇਰਦਾ ਇਉਂ ਲੱਗਦਾ ਸੀ, ਜਿਉਂ ਗੂੜੇ ਹਨੇਰੇ 'ਚ ਕਿਸੇ ਨੂੰ ਸਿਆਣ ਰਿਹਾ ਹੋਵੇ। ਮੈਂ ਉਹਨੂੰ ਸਹਿਜ ਨਾਲ ਲਟਾਉਣ ਦੀ ਕੋਸ਼ਿਸ਼ ਕੀਤੀ ਤਾਂ ਅੱਗਿਓਂ ਸਰੀਰ ਨੂੰ ਮਰੋੜ ਜੇ ਚੜ੍ਹਾਉਂਦਾ ਉੱਚੀ-ਉੱਚੀ ਡਾਡਾ ਮਾਰਨ ਲੱਗ ਪਿਆ। ਛੱਡੋ ਏ, ਜਾਣ ਦਿਓ ਮੈਨੂੰ, ਕਾਹਤੋਂ ਮੇਰੇ ਹੱਥ ਪੈਰ ਬੰਨ੍ਹ ਰਹੇ ਜੇ। ਓਏ ਪਾਣੀ 'ਚ ਗੋਤੇ ਨਾ ਦਿਓ ਏ, ਉਹ ਮੇਰਾ ਸਾਹ ਨਹੀਂ ਜੇ ਨਿਕਲਦਾ, ਦੁਹਾਈ ਓਏ ਮੈਨੂੰ ਬਖਸ਼ੋ। ਫਿਰ ਪਿਆਂ-ਪਿਆਂ ਉੱਚੀ-ਉੱਚੀ ਆਵਾਜ਼ਾਂ ਮਾਰ ਘਰ ਸਿਰ ਤੇ ਚੁੱਕ ਲਿਆ। ਉਹ ਮੰਗਿਆ ਓਏ ਮੰਗਿਆ, ਉਹ ਹਾਈਥੋਂ ਡਾਂਗ ਫੜ ਸੰਮਾਂ ਵਾਲੀ। ਬੌਲਦ ਆਉਂਦਾ ਭੂਤਰਿਆ ਇੱਕ, ਇਹਦੇ ਸਿੰਗ ਵੇਖ ਕਿਵੇਂ ਤਿੱਖੇ ਐ, ਨੇਜਿਆਂ ਵਰਗੇ। ਲੱਗਦਾ ਹੈ ਮੇਰੇ ਢਿੱਡ 'ਚ ਖੋਭੂਗਾ ਇਹ ਤੇ ਕੱਢ ਦੇਗਾ ਅੰਦਰ ਅੰਦਰ ਪੋਟਾ ਬਾਹਰ ਮੇਰਾ। ਪੁੱਤ ਮੰਗਿਆ, ਤੂੰ ਵੇਂਦਾ ਕਿ ਨਹੀਂ? ਉਹ ਵੇਖ ਉਧਰ ਕਿੱਦਾਂ ਵਿਹੜੇ 'ਚ ਖੌਰੂ ਪਾ ਰਿਹਾ ਸਾਨ। ਚੌਂਕੇ ਦੇ ਓਟੇ ਨੂੰ ਕਿਵੇਂ ਢੁੱਡਾ ਮਾਰਦਾ ਹੱਟ-ਹੱਟ ਕੇ। ਗਾਂਹ ਹੋ, ਸਿੰਘ ਭੰਨ ਇਹਦੇ, ਨਹੀਂ ਤਾਂ ਢੱਠ ਜਾਊਗਾ ਚੁੱਲ੍ਹਾ ਚੌਂਕਾ ਤੇ ਭਾਂਡੇ ਮੂੰਹ ਦੇ ਵੱਜ ਜਾਣਗੇ। ਉਸੇ ਵੇਲੇ ਡਰ ਤੇ ਖੌਫ ਦਾ ਸੰਘਣਾ ਪਰਛਾਵਾਂ ਸਾਰਿਆਂ ਦੇ ਚਿਹਰੇ ਤੋਂ ਸਾਫ਼ ਪੜ੍ਹਿਆ ਜਾ ਸਕਦਾ ਸੀ। ਮੇਰੇ ਤਾਂ ਡਰ ਦੇ ਮਾਰੇ ਦੇ ਗੋਡੇ ਆਪਸ 'ਚ ਵੱਜ ਰਹੇ ਸਨ ਤੇ ਦੰਦੋ ਡਿੱਕਾ ਜਿਹਾ ਮੇਰੀ ਘਰਵਾਲੀ ਨੇ ਬਿਬੇਕਸਰ ਦੇ ਸਰੋਵਰ 'ਚੋਂ ਲਿਆਂਦੇ ਜਲ ਦਾ ਛਿੱਟਾ ਸਾਰੇ ਘਰ 'ਚ ਦਿੱਤਾ ਤੇ 2 ਘੁੱਟ ਬਾਪੂ ਦੇ ਮੂੰਹ 'ਚ ਵੀ ਪਾਉਣ ਦੀ ਕੋਸ਼ਿਸ਼ ਕੀਤੀ। ਥੋੜਾ ਉਹਦੇ ਅੰਦਰ ਗਿਆ, ਬਹੁਤ ਕੰਬਦੀਆਂ ਜੀਆਂ ਵਰਾਛਾਂ ਤੋਂ ਉਹਦੀ ਇੱਧਰ-ਉੱਧਰ ਵਗ ਗਿਆ। ਆਪਣੀ ਜ਼ਬਾਨ ਤੇ ਡਿੱਗੇ ਅੱਧੇ ਕੁ ਚਮਚੇ ਪਾਣੀ ਨੂੰ ਉਹਨੇ ਮੂੰਹ ਮੀਟ ਕੇ ਸੰਘੂ ਹੇਠਾਂ ਸੁੱਟਿਆ। ਫਿਰ ਤਰਲੋ ਮੱਛੀ ਹੁੰਦੇ ਨੇ ਕੰਬਦੇ ਹੱਥਾਂ ਨਾਲ ਪਾਣੀ ਪਾਉਂਦੀ ਮੇਰੀ ਪਤਨੀ ਦੇ ਪੋਟਿਆਂ ਨੂੰ ਫੜਿਆ ਤੇ ਟੁੱਟਦੇ ਜੇ ਬੋਲਾਂ 'ਚ ਕਿਹਾ, ਪੁੱਤ ਗੁਰਮੀਤ ਕੌਰੇ, ਆਹ ਕਾਲੇ ਰੰਗ ਦੇ ਝੁੰਗਲ ਮਾਟੇ ਜਿਹੇ 'ਚ ਕੌਣ ਜਨਾਨੀਆਂ ਖੜੀਆਂ ਨੇ ਬਾਹਰ? ਇਹਨਾਂ ਦੇ ਮੂੰਹ ਸਿਰ ਕਿਉਂ ਨਹੀਂ ਦਿਸਦੇ? ਇਹ ਤਾਂ ਕੋਈ ਕਲ ਜੋਗਣਾ ਲੱਗਦੀਆਂ ਨੇ ਲਹੂ ਪੀਣੀਆਂ। ਵਸਦੇ ਘਰਾਂ 'ਚ ਤਾਂ ਇਹਨਾਂ ਦਾ ਪਰਛਾਵਾਂ ਵੀ ਮਾੜਾ, ਉਜਾੜਾਂ ਭਾਲਦੀਆਂ ਇਹ। ਕੋਈ ਨਹੀਂ ਹੈ ਬਾਪੂ ਜੀ, ਐਵੇਂ ਡਰੀ ਜਾਂਦੇ ਹੋ, ਗੁਰਮੀਤ ਨੇ ਦਿਲਾਸਾ। ਆਹ ਦੇਖੋਗਾ, ਅਸੀਂ ਕੋਲ ਖੜੇ ਹਾਂ ਤੁਹਾਡੇ, ਰੱਬ-ਰੱਬ ਕਰੋ, ਉਹਦੇ 'ਚ ਧਿਆਨ ਲਾਓ। ਕਹਿੰਦਿਆਂ ਉਹ ਗੁਟਕਾ ਫੜ ਕੇ ਸਿਰਹਾਣੇ ਪਾਠ ਕਰਨ ਲਈ ਬੈਠ ਗਏ। ਬਾਪੂ ਆਪਣੇ ਆਪ ਨੂੰ ਉਸੇ ਤਰ੍ਹਾਂ ਖੋਹਣ ਤੋੜਨ ਲੱਗਾ, ਤੜੀਆਂ ਦੇ ਕੇ ਰਜਾਈ ਪਾੜਨ ਲੱਗਾ। ਗਲੀ ਗੁਆਂਢ 'ਚ ਜਿਹਨੇ ਸੁਣਿਆ ਪਤਾ ਲੈਣ ਆਇਆ। ਕਿਸੇ ਮੰਜੀ ਦੀ ਹੀਂਹ ਲਾਗੇ ਥੋੜਾ ਝੁਕਦਿਆਂ ਪੁੱਛਿਆ, ਕਿਵੇਂ ਭਾਈ ਚੈਂਚਲ ਸਿਆਂ, ਕੀ ਹਾਲ ਹੈ? ਸਿਆਣਦਾ ਮੈਨੂੰ? ਤਾਂ ਬਾਪੂ ਬੁੱਲਾਂ ਨੂੰ ਅਜੀਬ ਜੇ ਢੰਗ ਨਾਲ ਮਰੋੜਦਾ ਬੋਲਦਾ, ਹੋਰ ਤੂੰ ਮੈਨੂੰ ਭੁੱਲਿਆ? ਅਖੋਰਿਆਂ ਦੀ ਪੱਤੀ ਵਾਲਾ ਫੱਜਾ ਤੇਲੀ, ਜਿਹਦੀ ਬਾਂਹ ਵੱਡੀ ਸੀ ਇੱਕੋ ਟੱਪ ਨਾਲ। ਪਰਾਂ ਹਟਵਾਂ ਹੋ ਕੇ ਖਲੋ ਏ, ਤੇਰੇ ਜ਼ਖਮਾਂ 'ਚੋਂ ਖੂਨ ਡਿੱਗਦਾ ਮੇਰੇ ਲੀੜਿਆਂ ਤੇ।
ਕਿਸੇ ਨੂੰ ਮਿਹਰਦੀਨ, ਕਿਸੇ ਨੂੰ ਫਜ਼ਲਦੀਨ ਦਾ ਮੁੰਡਾ, ਕੋਈ ਅਰਾਈਆਂ ਦੀ ਸੱਜ ਨੂੰ ਜੈਨਬ ਤੇ ਕੋਈ ਸਈਦਾਂ ਦੀ ਜਵਾਨ ਕੁੜੀ ਜੰਨਤ ਤੇ। ਪਤਾ ਲੈਣ ਆਏ ਹੈਰਾਨ ਜੇ ਹੁੰਦੇ, ਦੰਦਾਂ ਹੇਠ ਨਹੁੰ ਟੁੱਕਦੇ, ਇੱਕ ਦੂਜੇ ਵੱਲ ਸਵਾਲੀਆ ਨਜ਼ਰਾਂ ਨਾਲ ਝਾਕਦੇ। ਸਿਆਣੀ ਉਮਰ ਦੀ ਇੱਕ ਜਨਾਨੀ ਨੇ ਆਖਿਆ, ਗੁਰਮੀਤ ਕਰੇ ਬਾਪੂ ਜੀ ਤੇ ਤਾਂ ਸੁਰਤੀ ਟੁੱਟ ਗਈ ਜਹਾਨ ਨਾਲੋਂ। ਇਹ ਤਾਂ ਹੁਣ ਅਗਲਿਆਂ ਨਾਲ ਗੱਲਾਂ ਕਰਦਾ ਈ। ਐਂ ਕਰ, ਬਾਪੂ ਜੀ ਦੇ ਹੱਥ ਲਵਾ ਕੇ ਦਾਣੇ ਛੱਜ ਚ ਪਾ ਕੇ ਸਿਰਹਾਣੇ ਰੱਖ ਇਹਨਾਂ ਦੇ। ਦਾਨ ਪੁੰਨ ਕੀਤੇ ਇਹਨਾਂ ਦਾ ਅਗਲਾ ਰਾਹ ਸੁਖਾਲਾ ਹੋ ਜੂ। ਤੇ ਦੂਜੀ ਨੇ ਦੋਵੇਂ ਹੱਥ ਜੋੜ ਕੇ ਅਸਮਾਨ ਵੱਲ ਮੂੰਹ ਕਰਦੇ ਆਖਿਆ, ਭੈਣਾ ਆਹ ਵੇਲੇ ਦਾ ਨਹੀਂ ਪਤਾ ਕਿਹੋ ਜਿਹਾ ਆਉਣਾ। ਇਸ ਵਿਖੜੇ ਰਾਹ ਤੇ ਤਾਂ ਆਪਣੀ ਜਾਨ ਤੇ ਹੀ ਝੱਲਣਾ ਪੈਣਾ ਸਭ ਕੁਝ। ਵਿਹੜੇ 'ਚ ਖਲੋਤੇ ਆਦਮੀ ਵੀ ਇਹੋ ਜਿਹੀਆਂ ਗੱਲਾਂ ਕਰਦੇ ਸੁਣਾਈ ਦਿੱਤੇ। ਇੱਕ ਨੇ ਆਖਿਆ, ਬਜ਼ੁਰਗ ਜ਼ਿਆਦਾ ਹੋਣ ਕਰਕੇ ਅਪਲ ਟਪਲੀਆਂ ਮਾਰਦਾ ਤਾਇਆ। ਦੂਜਾ ਬੋਲਿਆ, ਪਿਛਲੇ ਦਿਨੀ ਚਾਚੇ ਨੂੰ ਪੀਲੀਆ ਹੋ ਗਿਆ ਸੀ, ਲੱਗਦਾ ਦਿਮਾਗ ਨੂੰ ਅਸਰ ਹੋ ਗਿਆ, ਤਾਈਓ ਆਏ ਗਏ ਦੀ ਸੋਝੀ ਨਹੀਂ ਰਹੀ। ਤੇ ਤੀਜੇ ਨੇ ਆਪਣੀ ਅਕਲ ਝਾੜੀ, ਉਹ ਪੀਲੀਆ ਸੁਆਹ ਚੜਿਆ, ਜਿਨ੍ਹਾਂ ਨੂੰ ਵੱਢਿਆ ਟੁੱਕਿਆ ਤੇ ਅਣਿਆਈ ਮੌਤੇ ਮਾਰਿਆ, ਉਹ ਆਪਣਾ ਲੇਖਾ ਮੰਗ ਰਿਹਾ ਸਿਰਹਾਣੇ ਖਲੋ ਕੇ। ਲੈਣਾ ਦੇਣਾ ਤਾਂ ਭਾਈ ਬੰਦੇ ਨੂੰ ਦੇਣਾ ਹੀ ਪੈਣਾ ਇੱਕ ਦਿਨ। ਚੌਥੇ ਨੇ ਗੱਲ ਮੁਕਾਈ, ਉੱਠ ਖੜ ਮੇਰੇ ਮਾਂ ਪਿਓ ਜਾਇਆ ਵੀਰਿਆ। ਭੂਆ ਦੁਹੱਥੜਾ ਮਾਰਦੀ ਲੇਰ ਕੱਢਦੀ ਐ, ਕਾਹਤੋਂ ਮੂੰਹ ਮੋੜ ਕੇ ਸੌਂ ਗਿਆ ਵੀਰ ਸੋਹਣਿਆ। ਉਹ ਗੋਡਿਆਂ ਪਰਨੇ ਹੋ ਕੇ ਲੱਕੜਾਂ ਦੇ ਸਿਰ ਰੱਖ ਕੇ ਕੀਰਨੇ ਪਾ ਰਹੀ ਐ। ਭਜਨ ਸਿੰਘ ਲੋਹਾਰ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਬੇਰੋਕ ਜਾਰੀ ਨੇ। ਉਜਾੜੇ ਦੀਆਂ ਗੱਲਾਂ, ਉਹ ਗੱਲਾਂ ਜਿਹਦੇ 'ਚ ਬਾਪੂ ਨੇ ਵੱਧ ਚੜ ਕੇ ਸ਼ਮੂਲੀਅਤ ਕੀਤੀ ਸੀ। ਪੱਥਰ ਦਿਲਾਂ ਨੂੰ ਰੁਆ ਦੇਣ ਵਾਲੇ ਭੂਆ ਦੇ ਵੈਣ ਸੁਣ ਮੈਂ ਸੋਚਦਾ, ਇਵੇਂ ਹੀ ਉਸ ਫਿਜ਼ਾ 'ਚ ਧੀਆਂ ਭੈਣਾਂ ਦੇ ਵੈਣ ਗੂੰਜੇ ਹੋਣਗੇ। ਜਦੋਂ ਆਪਣਿਆਂ ਨੂੰ ਹੀ ਮਾਰਿਆ ਹੋਏਗਾ, ਉਦੋਂ ਬੰਦੇ ਅੰਦਰਲਾ ਰੱਬ ਕਿੱਥੇ ਲੁਕਿਆ ਹੋਏਗਾ। ਤੇ ਜਦੋਂ ਬਾਪੂ ਲੈ 'ਚ ਆਇਆ, ਉਹਨਾਂ ਦਿਨਾਂ ਦੀਆਂ ਗੱਲਾਂ ਦੱਸਦਾ ਹੁੰਦਾ ਸੀ, ਤਾਂ ਉਹਦੀਆਂ ਗੱਲਾਂ ਦਾ ਰੰਗ ਭੱਖ ਜਾਂਦਾ ਸੀ। ਉਹ ਨਾਲਦਿਆਂ ਨੂੰ ਉੱਚਾ ਹੋ ਆਪਣੇ ਪਿੰਡ ਕੀਤੀ ਮਾਰ ਧਾੜ ਦੀ ਕਹਾਣੀ ਸ਼ੁਰੂ ਕਰਦਾ ਤੇ ਮੁਕਾ ਕੇ ਹਟਦਾ ਵੀ ਜਦੋਂ ਸਾਨੂੰ ਇੱਧਰ ਪਤਾ ਲੱਗਿਆ ਕਿ ਉੱਧਰ ਸਾਡੀਆਂ ਜਨਾਨੀਆਂ ਦੇ ਥਣ ਵੱਢੇ ਐ, ਤੀਵੀਆਂ ਨੰਗੀਆਂ ਕਰਕੇ ਸੜਕਾਂ ਤੇ ਜਲੂਸ ਕੱਢਿਆ, ਅਸੀਂ ਸੋਚਿਆ ਕਿ ਉੱਧਰਲਿਆਂ ਸਾਡੀਆਂ ਧੀਆਂ ਭੈਣਾਂ ਦਾ ਇਹ ਹਾਲ ਕੀਤਾ, ਇਹ ਸਾਡੇ ਕੀ ਲੱਗਦੇ ਆ। ਉਂਝ ਵੀ 9 ਵਜੇ ਪੀਰ ਦੇ ਮੇਲੇ 'ਚ ਉਹਨਾਂ ਦੀਆਂ ਜਨਾਨੀਆਂ ਵੇਖੀ ਦੀਆਂ ਸੀ ਤਾਂ ਧਰਮ ਨਾਲ ਮੂੰਹ 'ਚ ਪਾਣੀ ਆ ਜਾਂਦਾ ਸੀ। ਭਰਵੇਂ ਜੁੱਸੇ, ਡੁੱਲ ਪੈਂਦਾ ਹੁਸਨ, ਸਰੂ ਵਰਗੇ ਕੱਦ, ਪੁੱਛਾਂ ਵਾਲਾ ਸੁਰਮਾ ਪਾ ਕੇ ਫਿਰਦੀਆਂ ਬਹਿਸ਼ਤ ਦੀਆਂ ਹੂਰਾਂ ਲੱਗਦੀਆਂ ਸੀ। ਕੱਲੀ ਕੱਲੀ ਤੇ ਅੱਖ ਸੀ ਸਾਡੀ ਸਾਰਿਆਂ ਦੀ। ਅਸੀਂ ਕਈ ਵਾਰੀ ਵੇਖਦੇ ਬਾਪੂ ਨੂੰ ਇਹ ਦੱਸਦਿਆਂ ਨਾ ਤਾਂ ਆਪਣੀ ਉਮਰ ਦਾ ਧਿਆਨ ਹੁੰਦਾ, ਨਾ ਹੀ ਘਰ ਦੇ ਬਾਕੀ ਜੀਆਂ ਦੀ ਕੋਈ ਪਰਵਾਹ। ਉਹਦੇ ਚਿਹਰੇ ਤੇ ਬੇਪਛਾਣੀ ਜੀ ਰੌਣਕ ਫੈਲਦੀ, ਤੇਜ਼ੀ ਨਾਲ ਘੁੰਮਦੇ ਅੱਖਾਂ ਦੇ ਸੁਰਖ ਡੇਲੇ ਥੋੜਾ ਸਥਿਰ ਹੋਣ ਲੱਗਦੇ। ਉਹ ਸੁਣਨ ਵਾਲੇ ਦਾ ਹੁੰਗਾਰਾ ਉਡੀਕੇ ਬਿਨਾਂ ਹੀ ਆਪਣੀ ਗੱਲ ਜਾਰੀ ਰੱਖਦਿਆਂ ਦੱਸਦਾ, ਲੌਡੇ ਕੁ ਵੇਲੇ ਘੇਰਾ ਘੱਤ ਕੇ ਉਸ ਪਿੰਡ 'ਚ ਜਾ ਵੜੇ। ਕੱਲੇ ਨੂੰ ਧੂ ਕੇ ਘਰਾਂ 'ਚੋਂ ਲਿਆਂਦਾ ਸੀ। ਨਾ ਕੋਈ ਬੁੱਢਾ ਵੇਖਿਆ, ਨਾ ਕੋਈ ਛੋਟੇ ਬੱਚੇ ਦਾ ਲਿਹਾਜ਼ ਕੀਤਾ। ਜਿਹੜਾ ਵੀ ਅੱਗੇ ਆਇਆ ਭਾਰ, ਪੂਰੀ ਦਹਿਸ਼ਤ ਮਚ ਗਈ ਪਿੰਡ ਦੀਆਂ ਗਲੀਆਂ 'ਚ। ਲਹੂ ਲੁਹਾਨ ਹੋ ਗਈ ਸੀ ਉਸ ਦਿਨ ਉਸ ਪਿੰਡ ਦੀ ਜੂ। ਚਿੱਟੇ ਦਿਨ ਉੱਲੂ ਬੋਲਣ ਲੱਗ ਪਏ ਸੀ ਉਸ ਦਿਨ ਤਾਂ। ਭਈ ਜਿਹੜੇ ਉੱਥੇ ਵੱਡੇ ਟੁੱਕੇ, ਉਹਨਾਂ ਜਿਉਂਦੇ ਮੋਇਆਂ ਨੂੰ ਗੱਡਿਆਂ ਤੇ ਸੁੱਟਿਆ, ਪਿੰਡ ਦੇ ਨਾਲ ਖਹਿ ਕੇ ਵਗਦੇ ਦਰਿਆ ਦੇ ਪੁਲ ਤੇ ਜਾ ਖਲਿਆਰਿਆ ਗੱਡਿਆਂ ਨੂੰ। ਤੇ ਜਦੋਂ ਅਸੀਂ ਖਲੋ ਕੇ ਪਿੱਛੇ ਝਾਤੀ ਮਾਰੀ, 20-25 ਜਨਾਨੀਆਂ ਸਿਰ ਸੁੱਟੀ ਪਿੱਛੇ ਤੁਰੀਆਂ, ਚੁੱਪ ਚੁਪੀਤੀਆਂ। ਅਸੀਂ ਸੋਚਿਆ ਪਹਿਲਾਂ ਗੱਡਿਆਂ ਤੇ ਲੱਦਿਆਂ ਨੂੰ ਕਿਸੇ ਬੰਨੇ ਲਾ ਲਈਏ, ਫਿਰ ਜਿਹਨੂੰ ਜਿਹੜੀ ਚਾਹੀਦੀ ਹੋਊਗੀ ਲੈ ਜਾਊਗਾ। ਫੇਰ ਕੀ ਸੀ, ਹੋ ਗਏ ਸ਼ੁਰੂ। ਦੋ ਜਣੇ ਇੱਕ ਨੂੰ ਫੜਦੇ ਭੁਆਂ ਕੇ ਹੇਠ ਵਗਦੇ ਦਰਿਆ 'ਚ ਮਾਰਦੇ, ਕਹਿੰਦੇ ਚਲੋ ਨਿਕਲੋ ਆਪਣੇ ਦੇਸ਼ 'ਚ ਵੇਲੇ ਸਿਰ, ਆਪਣਿਆਂ 'ਚ ਰਲੋ ਜਾ ਕੇ। ਪਰਾਂ ਹਟਵੀਆਂ ਖਲੋਤੀਆਂ ਜਨਾਨੀਆਂ ਇਸ ਸਾਰੇ ਦ੍ਰਿਸ਼ ਨੂੰ ਵੇਂਦੀਆਂ ਰਹੀਆਂ, ਚੁੱਪ-ਚਾਪ, ਉੱਪਰ ਲਏ ਲੀੜਿਆਂ 'ਚ ਵਲੇਟੇ ਮੂੰਹ ਸਿਰ ਨਾਲ। ਕਿਸੇ ਇੱਕ ਜਣੀ ਦਾ ਵੀ ਹੌਕਾ ਵੀ ਨਹੀਂ ਸੁਣਿਆ ਸੀ। ਸੂਰਜ ਝਾੜੀਆਂ ਦੇ ਰੁੱਖਾਂ ਦੇ ਝੁੰਡ 'ਚ ਜਾ ਛਿਪਦਾ ਰਿਹਾ। ਅਸਮਾਨ 'ਚ ਜਿਵੇਂ ਬੱਦਲਾਂ ਨੂੰ ਅੱਗ ਲੱਗੀ ਸੀ ਤੇ ਉਹ ਅੰਗਿਆਰਾਂ ਵਾਂਗ ਭਖ ਰਹੇ ਸੀ। ਗੱਡਿਆਂ ਅੱਗੇ ਜੁੱਤੇ ਬਲਦਾਂ ਦੇ ਖੁਰਾਂ ਨਾਲ ਕੱਚੇ ਪਹੇ ਤੋਂ ਧੂੜ ਮਿੱਟੀ ਉੱਡ ਕੇ ਸਾਡੇ ਸਿਰਾਂ 'ਚ ਪੈ ਰਹੀ ਸੀ। ਗਲ ਪਾਏ ਲੀੜੇ ਥਾਂ ਤੋਂ ਲਹੂ ਨਾਲ ਰੰਗੇ ਪਏ ਸਨ। ਇੱਕ ਵੱਡੇ ਮੋਰਚੇ ਦੀ ਫਤਿਹ ਨਾਲ ਸਾਡਾ ਚਾਅ ਸੰਭਿਆ ਨਹੀਂ ਸੀ ਜਾਂਦਾ। ਇੱਕ ਗੁੱਠੇ ਮੁਰਗੀਆਂ ਵਾਂਗ ਦੜਕੇ ਖਲੋਤੀਆਂ ਜਨਾਨੀਆਂ ਵੱਲ ਦੇਖਦਿਆਂ ਹੀ ਦਿਮਾਗ 'ਚੋਂ ਇੱਕ ਤਰੰਗ ਜੀ ਉੱਠੀ, ਜਿਹੜੀ ਹਿੱਕ ਨੂੰ ਚੀਰਦੀ ਖਲਬਲੀ ਜੀ ਮਚਾ ਕੇ ਪੈਰਾਂ ਵੱਲ ਦੌੜੀ। ਸਾਡੇ ਪੈਰ ਭੋਏ ਤੇ ਨਹੀਂ ਸੀ ਟਿਕ ਰਹੇ। ਬਾਪੂ ਸ਼ਬਦ ਜਾਲ ਬੁਣ ਕੇ ਐਸੀ ਕਸੀਦਾਕਾਰੀ ਕਰਦਾ
ਕਿ ਸੁਣਨ ਵਾਲੇ ਦੀ ਉਤਸੁਕਤਾ ਵੱਧਦੀ ਜਾਂਦੀ। ਬਗੈਰ ਕੋਈ ਹਿਲ-ਜੁਲ ਕੀਤਿਆਂ ਅਗਲਾ ਕੰਨ ਲਾ ਕੇ ਉਹਦੀ ਗੱਲ ਸੁਣਦਾ। ਉਹ ਹਲਕਾ ਜਿਹਾ ਖੰਗੂਰਾ ਮਾਰ ਕੇ ਆਪਣੀ ਗੱਲ ਜਾਰੀ ਰੱਖਦਿਆਂ ਦੱਸਦਾ, ਗੱਡਿਆਂ ਤੋਂ ਵਿਹਲੇ ਹੋ ਕੇ ਸਾਡਾ ਸਾਰਿਆਂ ਦਾ ਧਿਆਨ ਲਹਿੰਦੇ ਵੱਲ ਖਲੋਤੀਆਂ ਜਨਾਨੀਆਂ ਦੇ ਝੁੰਡ ਵੱਲ ਸੀ। ਉਹਨਾਂ ਦੇ ਤੇ ਸਾਡੇ ਵਿਚਕਾਰ ਐਵੇਂ 10-12 ਕਦਮਾਂ ਦੀ ਵਿੱਥ ਸੀ। ਇੱਕ ਦੂਜੀ ਨਾਲ ਜੁੜ ਕੇ ਖੜੀਆਂ ਜਨਾਨੀਆਂ 'ਚ ਥੋੜ੍ਹੀ ਹਿਲ-ਜੁਲ ਹੋਈ। ਨਾਲ ਹੀ ਸਾਡੇ ਸਾਰਿਆਂ ਦੇ ਦਿਲਾਂ ਦੀ ਧੜਕਨ ਤੇਜ਼ ਹੋ ਗਈ। ਇਉਂ ਲੱਗਦਾ ਸੀ ਵੀ ਉਹਨਾਂ ਨੂੰ ਮਨਾਉਣ ਲਈ ਕੋਈ ਬਹੁਤੀ ਮਿਹਨਤ ਨਹੀਂ ਕਰਨੀ ਪਏਗੀ। ਸਾਡੇ ਮੂਹਰੇ ਆਪੇ ਹੀ ਆਪਣਾ ਆਪ ਪੇਸ਼ ਕਰ ਦੇਣਗੀਆਂ। ਅੱਗੇ ਪਿੱਛੇ ਤਾਂ ਇਹਨਾਂ ਦਾ ਰਿਹਾ ਕੋਈ ਨਹੀਂ ਸੀ। ਜਾਣਾ ਕਿੱਥੇ ਸੀ ਇਹਨਾਂ? ਆਪਣਾ ਪਿੰਡ ਤਾਂ ਛੱਡੋ, ਦੂਰ ਦੂਰ ਰਿਸ਼ਤੇਦਾਰੀ 'ਚ ਵੀ ਕੋਈ ਜਨਾਨੀ ਵੀ ਹੋਣਾ ਨਹੀਂ ਰਹਿਣ ਦੇਣਾ। ਫੇਰ ਸੁਣਨ ਵਾਲੇ ਬਾਪੂ ਕੋਲੋਂ ਅਗਲੀ ਗੱਲ ਜਲਦੀ ਸੁਣਨ ਲਈ ਹੋਰ ਉਤਾਵਲੇ ਹੋ ਜਾਂਦੇ। ਬਾਪੂ ਸੁਣਨ ਵਾਲੇ ਦੇ ਕੰਨ ਰਸ ਦਾ ਪੂਰਾ ਧਿਆਨ ਰੱਖਦੇ ਆਪਣੀ ਲੜੀ ਟੁੱਟਣ ਨਾ ਦਿੰਦਾ, ਦੱਸਦਾ, ਭਾਈ ਮਿੱਤਰੋ, ਜਨਾਨੀਆਂ ਹਿੱਲੀਆਂ, ਫਿਰ ਹੌਲੀ ਹੌਲੀ। ਪਤਾ ਨਹੀਂ ਕਿੰਨੀਆਂ ਕੁ ਡਰੀਆਂ ਤੇ ਸਹਿਮੀਆਂ ਹੋਣਗੀਆਂ ਉਹ, ਕਿ ਉਹਨਾਂ ਦੇ ਪੈਰਾਂ ਦਾ ਖੜਾਕ ਵੀ ਨਹੀਂ ਸੀ ਸੁਣਾਈ ਦਿੱਤਾ ਕਿਧਰੇ। ਇੱਕ ਦੂਜੇ ਦੇ ਅੱਗੇ ਪਿੱਛੇ ਖਿਸਕਦੀਆਂ ਖਿਸਕਦੀਆਂ ਉਹ ਪੁਲ ਦੀ ਪਾਰਲੀ ਬਾਹੀ ਨੂੰ ਸਰਕੀਆਂ, ਜਿੱਧਰ ਪਾਣੀ ਦੀ ਠੇਕਰ ਵੱਜਦੀ ਸੀ। ਆਪਣੇ 'ਚ ਵੱਡੇ ਗੁਰਦੁਆਰੇ ਦਾ ਭਾਈ ਖਲੋਤਾ ਸੀ, ਇੱਕ ਬਾਂਹ ਵਾਲਾ। ਉਹਨੇ ਦੋ ਕੁ ਪੈਰ ਉਹਨਾਂ ਵੱਲ ਬੁੱਟੇ ਤੇ ਹੌਲੀ ਜਿਹੀ ਬੋਲਿਆ, ਘਬਰਾਓ ਨਾ, ਕੁਛ ਨਹੀਂ ਕਹਿੰਦੇ ਤੁਹਾਨੂੰ। ਸਵੇਰੇ ਅੰਮ੍ਰਿਤ ਛਕਾ ਕੇ ਆਪਣਿਆਂ 'ਚ ਰਲਾਵਾਂਗੇ ਤੁਹਾਨੂੰ। ਬਹੁਤਾ ਨਾ ਹੇਰਵਾ ਕਰੋ। ਸਰਦਾਰਨੀਆਂ ਬਣ ਕੇ ਘਰ-ਬਾਰ ਸੰਭਾਲਿਓ। ਭੁੱਲ ਜਾਓ ਉਹਨਾਂ ਨੂੰ, ਗਏ ਨਹੀਂ ਮੁੜਦੇ ਹੁੰਦੇ ਕਦੇ। ਤੇ ਭਾਈ ਦੇ ਬਚਨ ਵਿਲਾਸ ਦਾ ਕੋਈ ਵੀ ਅਸਰ ਨਹੀਂ ਸੀ ਹੋਇਆ ਉਹਨਾਂ ਤੇ। ਪਹਿਲਾਂ ਦੀ ਤਰ੍ਹਾਂ ਹੀ ਉਹਨਾਂ ਦੀਆਂ ਪਿਛਾੜੀਆਂ ਸਾਡੇ ਵੱਲ ਸਨ। ਉਹ ਪੁਲ ਦੇ ਹੇਠੋਂ ਗੁਜ਼ਰਦੇ ਪਾਣੀ ਨੂੰ ਨੀਝ ਲਾ ਕੇ ਝਾਕ ਰਹੀਆਂ ਐਵੇਂ ਲੱਗਦੀਆਂ ਸਨ, ਜਿਵੇਂ ਥੋੜਾ ਜਿਹਾ ਡੂੰਘੇ ਵਹਿਣ 'ਚ ਰੁੜ ਗਿਆ ਦਾ ਕੋਈ ਖੁਰਾ ਖੋਜ ਲੱਭ ਰਹੀਆਂ। ਸਾਰੇ ਸਾਹ ਰੋਕ ਕੇ ਉਹਨਾਂ ਦੀ ਨਿੱਕੀ ਨਿੱਕੀ ਹਰਕਤ ਨੂੰ ਵੇਖਦੇ ਸੋਚ ਰਹੇ ਸਾਂ ਕਿ ਹੁਣੇ ਆਪਣੇ ਚਿਹਰੇ ਸਾਡੇ ਵੱਲ ਭਵਾਉਣਗੀਆਂ, ਸਾਰੇ ਹਥਿਆਰ ਸੁੱਟ ਦੇਣਗੀਆਂ ਤੇ ਆਪਣੇ ਆਪ ਨੂੰ ਸਾਡੇ ਹਵਾਲੇ ਕਰ ਦੇਣਗੀਆਂ। ਫਿਰ ਬਾਪੂ ਗੱਲ ਦੱਸਦਾ ਦੱਸਦਾ ਥੋੜਾ ਕੁ ਰੁਕਦਾ। ਉਦਾਸੀ ਦੀ ਇੱਕ ਲਹਿਰ ਉਹਦੇ ਚਿਹਰੇ ਤੇ ਪਸਰਦੀ ਤੇ ਉਹ ਡਾਢੇ ਅਫਸੋਸ ਜਿਹੇ 'ਚ ਸਿਰ ਮਾਰਦਾ। ਉਹਨਾਂ ਧੀ ਆਵੀਆਂ ਕਿਤੇ ਉਂਗਲ ਲਾਉਣ ਦਾ ਵੀ ਮੌਕਾ ਨਾ ਦਿੱਤਾ ਸਾਨੂੰ। ਵੇਂਦਿਆਂ ਵੇਂਦਿਆਂ ਗੜਮ ਦਰਿਆ 'ਚ ਛਾਲਾਂ ਮਾਰ ਗਈ, ਸਾਰੀਆਂ ਦੀਆਂ ਸਾਰੀਆਂ। ਤੇ ਜਿਨ੍ਹਾਂ ਮਾਈਆਂ ਬੀਬੀਆਂ ਨੇ ਭਾਣਾ ਮਿੱਠਾ ਕਰਕੇ ਮੰਨਿਆ, ਗ੍ਰੰਥੀ ਲਹਿਣਾ ਸਿਉਂਦੇ ਅਰਦਾਸ ਕਰਦੇ ਦੀ ਬੋਲ ਮੇਰੇ ਕੰਨੀ ਪੈਂਦੇ ਹਨ। ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਸ੍ਰੀ ਵਾਹਿਗੁਰੂ। ਤੇਰੇ ਭਾਣੇ ਸਰਬੱਤ ਦਾ ਭਲਾ ਦੇ ਵਾਕ ਨਾਲ ਸਾਰੇ ਉਂਗਲਾਂ ਜ਼ਮੀਨ ਨਾਲ ਛੁਆ ਕੇ ਮੱਥੇ ਲਾਉਂਦੇ ਹਨ। ਪਰਾਲੀ ਦਾ ਬੁੱਥਾ ਕੋਈ ਮੇਰੇ ਹੱਥ ਫੜਾਉਂਦਾ ਹੈ ਤੇ ਨਾਲ ਹੀ ਡੱਬੀ 'ਚੋਂ 5-7 ਤੀਲਾਂ ਕੱਢ ਇਕੱਠੀਆਂ ਬਾਲ ਕੇ ਸਿਰੇ ਨੂੰ ਅੱਗ ਵਿਖਾ ਦਿੰਦਾ ਹੈ। ਲੋਕਾਂ ਦੀ ਆਸੇ-ਪਾਸੇ ਜੁੜੀ ਭੀੜ ਦੋ-ਦੋ ਪੈਰ ਪਿੱਛੇ ਹਟ ਜਾਂਦੀ ਹੈ। ਮੈਂ ਸਿਆਣਿਆਂ ਦਾ ਆਦੇਸ਼ ਮੰਨਦਿਆਂ ਪਹਿਲਾਂ ਸਿਰ ਵੱਲ ਅੱਗ ਛੁਆਉਂਦਾ, ਫਿਰ ਹੌਲੀ-ਹੌਲੀ ਪੈਰਾਂ ਵੱਲ ਵੱਧਦਾ। ਬੁੱਥੇ ਦੀ ਅੱਗ ਤੇਜ਼ੀ ਨਾਲ ਵੱਧਦੀ ਮੇਰੇ ਹੱਥਾਂ ਤੱਕ ਆ ਜਾਂਦੀ ਹੈ ਤੇ ਮੈਂ ਉਹਨੂੰ ਚਿਖਾ ਤੇ ਸੁੱਟ ਦਿੰਦਾ। ਤਿੜ-ਤਿੜ ਕਰਦੀ ਅੱਗ ਪਲਾਂ ਛਿਨਾਂ 'ਚ ਸਾਰੀ ਚਿਖਾ ਨੂੰ ਘੇਰ ਲੈਂਦੀ ਹੈ। ਆਸੇ-ਪਾਸੇ ਖੜੇ ਲੋਕ ਹੋਰ ਪਿੱਛੇ ਹਟ ਜਾਂਦੇ ਹਨ। ਛੋਟੀਆਂ ਤੇ ਪਤਲੀਆਂ ਟਾਹਣੀਆਂ ਦੀ ਤਿੜ-ਤਿੜ ਵਿੱਚ ਮੱਚਦੀ ਅੱਗ ਅਚਾਨਕ ਮੈਨੂੰ ਬਟਾਲੇ ਦੁਸਹਿਰਾ ਗਰਾਊਂਡ ਵਿੱਚ ਵੇਖੇ ਬਲਦੇ ਪੁਤਲਿਆਂ ਦਾ ਚੇਤਾ ਕਰਵਾ ਦਿੰਦੀ ਹੈ। ਬਦੀ ਦੇ ਅੰਤ ਬਾਰੇ ਸੋਚਦਿਆਂ ਜਿਵੇਂ ਮੇਰਾ ਮਨ ਹਲਕਾ ਹੋ ਜਾਂਦਾ ਹੈ ਤੇ ਮੈਂ ਹੱਥ ਝਾੜਦਾ ਪਿੱਛੇ ਖਲੋਤੇ ਲੋਕਾਂ 'ਚ ਜਾ ਰਲਦਾ। ਧੰਨਵਾਦ।